ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ। ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ। ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ। ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ। ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੀਹ ਪਰਸੈ ਨਾਹਨਾ। ਤੇਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇਹ ਨਰ ਕਉ ਕੀਨੀ। ਤੇਹ ਇਹ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਉ। ਜਿਉ ਪਾਨੀ ਸੰਗ ਪਾਨੀ, ਗੁਰ ਕਿਰਪਾ ਜੇਹ ਨਰ ਕਉ ਕੀਨੀ। ਤੇਹ ਇਹ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਉ। ਜਿਉ ਪਾਨੀ ਸੰਗ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਛਤਰ ਚਵਰ ਤਖਤ ਦੇ ਮਾਲਕ। ਵਾਲੀਏ ਕੁਲ ਆਲਮ, ਪਾਕ ਏ ਪਵਿੱਤਰ ਰੂਹਾਂ ਦੀ ਰੂਹਾਨੀ ਜੋਤ ਸ਼ਬਦ ਗੁਰੂ। ਸ਼ਬਦਾ ਅਵਤਾਰ ਬਾਣੀ ਦੇ ਬੋਹਿਤ ਕਲਯੁਗ ਦੇ ਜਹਾਜ਼ ਖੇਵਟ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਸਥਾਨ ਪ੍ਰਾਪਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀਆਂ ਹਾਜ਼ਰੀਆਂ ਭਰ ਕੇ ਸਾਹਿਬ ਦੇ ਦਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਵਾਰੀ ਸਾਧ ਸੰਗਤ ਜੀ,
ਅੱਜ ਸੋਹਣੇ ਤਖਤਾਂ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦੀਨ ਦੁਨੀਆ ਦੇ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਨ ਦੀ ਕਲਿਆਣਤਾ ਵਾਸਤੇ ਜੋ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਤਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੱਜ ਦਾ ਇਹ ਪਾਵਨ ਪਿੱਤਰ ਅੰਮ੍ਰਿਤਮਈ ਸ਼ਬਦ ਨੌਵੇਂ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 633 ਅਤੇ 34 ਦੇ ਉੱਪਰ ਸੁਭਾਏਮਾਨ ਹੈ। ਤੇ ਇਸ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਆਪਾਂ ਸਤਿਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਜੁੜ ਬੈਠੇ ਹਾਂ, ਆਓ ਸਭ ਤੋਂ ਪਹਿਲਾਂ ਸਾਹਿਬ ਦੇ ਮੁਬਾਰਕ ਚਰਨਾਂ ਵਿੱਚ ਸੀਸ ਝੁਕਾ ਕੇ ਹਾਜ਼ਰੀ ਲਗਾਉਂਦੇ ਆ ਆਪਾਂ ਸਾਰੇ ਰਸਨਾ ਨੂੰ ਪਵਿੱਤਰ ਕਰਦੇ ਆ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਮਹੱਲਾ ਨਾਵਾ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਅੱਜ ਦਾ ਇਹ ਅੰਮ੍ਰਿਤਮਈ ਉਪਦੇਸ਼ ਸੋਰਠ ਰਾਗ ਦੇ ਅੰਦਰ ਨੌਵੇਂ ਗੁਰਦੇਵ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਅਤੇ ਅੱਜ ਦੇ ਇਸ ਅੰਮ੍ਰਿਤਮਈ ਉਪਦੇਸ਼ ਦੀਆਂ ਆਰੰਭ ਵਾਲੀਆਂ ਤੁਕਾਂ ਦੇ ਵਿੱਚ ਅਤੇ ਸਮੁੱਚੇ ਸ਼ਬਦ ਦੇ ਕੇਂਦਰੀ ਭਾਵ ਦੇ ਅੰਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਾਨੂੰ ਸੰਸਾਰਿਕ ਜੀਵਾਂ ਨੂੰ ਇੱਕ ਪਰਮਾਤਮਾ ਦੇ ਵਿੱਚ ਲਿਵਲੀਨ, ਪਰਮਾਤਮਾ ਦੇ ਵਿੱਚ ਅਭੇਦ, ਪਰਮਾਤਮਾ ਦੇ ਵਿੱਚ ਸਮਾਏ ਹੋਏ ਮਨੁੱਖ ਦੀਆਂ ਕੁਝ ਨਿਸ਼ਾਨੀਆਂ ਦੱਸ ਕੇ ਸਮਝਾਉਂਦੇ ਨੇ। ਕਿਉਂਕਿ ਅਸੀਂ ਸੰਸਾਰਿਕ ਜੀਵ ਹਾਂ ਅਤੇ ਕਈ ਵਾਰੀ ਮਨੁੱਖ ਦੇ ਬਾਹਰ ਦੇ ਪਹਿਰਾਵੇ ਨੂੰ ਦੇਖ ਕੇ ਇਹ ਸਮਝ ਜਾਂਦੇ ਹਾਂ ਕਿ ਸ਼ਾਇਦ ਇਹ ਮਨੁੱਖ ਰੱਬ ਦੇ ਨਾਲ ਜੁੜਿਆ ਹੋਵੇਗਾ, ਇਹ ਪਰਮਾਤਮਾ ਦੇ ਵਿੱਚ ਅਭੇਦ ਹੋਇਆ ਹੋਵੇਗਾ। ਪਰ ਇੱਥੇ ਆ ਕੇ ਅਸੀਂ ਭੁਲੇਖਾ ਖਾ ਜਾਂਦੇ ਹਾਂ, ਕਿਉਂਕਿ ਸਤਿਗੁਰੂ ਪਾਤਸ਼ਾਹ ਨੇ ਇੱਥੋਂ ਤੱਕ ਵੀ ਇਸ ਭੇਦ ਬਾਰੇ ਸਮਝਾਇਆ। ਸਾਹਿਬ ਕਹਿੰਦੇ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ। ਸਤਿਗੁਰੂ ਪਾਤਸ਼ਾਹ ਕਹਿੰਦੇ ਕੇਵਲ ਕੱਪੜੇ ਦੇਖ ਕੇ ਮਨੁੱਖ ਦੇ ਉੱਤੇ ਨਹੀਂ ਰੀਝ ਜਾਣਾ ਚਾਹੀਦਾ, ਕੇਵਲ ਮਨੁੱਖ ਦਾ ਬਾਹਰ ਦਾ ਪਹਿਰਾਵਾ ਦੇਖ ਕੇ ਨਹੀਂ ਰੀਝਣਾ ਚਾਹੀਦਾ, ਕਿਉਂਕਿ ਬਾਹਰ ਦੇ ਪਹਿਰਾਵੇ ਤੋਂ ਅਸੀਂ ਮਨੁੱਖ ਦੇ ਅੰਦਰ ਦੇ ਵਿਚਾਰ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦੇ। ਬਾਹਰ ਦਾ ਪਹਿਰਾਵਾ ਕਈ ਵਾਰੀ ਮਨੁੱਖ ਦਾ ਧਰਮੀਆਂ ਵਾਲਾ ਵੀ ਹੋ ਸਕਦਾ ਹੈ ਤੇ ਅੰਦਰ ਵਿਚਾਰ ਸੱਜਣ ਠੱਗ ਵਰਗੀ ਵੀ ਹੋ ਸਕਦੀ ਹੈ। ਸੱਜਣ ਠੱਗ ਨੂੰ ਵੀ ਪਹਿਚਾਨਣਾ ਬੜਾ ਔਖਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਉਹ ਸੱਜਣ ਠੱਗ ਨੇ ਪਤਾ ਨਹੀਂ ਕਿੰਨਿਆਂ ਦਾ ਕਤਲ ਕੀਤਾ ਹੋਵੇਗਾ, ਕਿੰਨਿਆਂ ਨੂੰ ਮੌਤ ਦੇ ਘਾਟ ਉਤਾਰਿਆ ਹੋਵੇਗਾ, ਪਰ ਕੋਈ ਉਹਨੂੰ ਪਹਿਚਾਨ ਨਹੀਂ ਸਕਿਆ, ਕਿਉਂਕਿ ਉਹਦੇ ਬਾਹਰ ਦੇ ਧਰਮ ਦੇ ਕਰਮ ਜਿਹੜੇ ਸੀ ਨਾ, ਉਹ ਕੇਵਲ ਤੇ ਕੇਵਲ ਧਰਮੀਆਂ ਵਾਲੇ ਜਾਪਦੇ ਸੀ। ਪਰ ਇਹਨਾਂ ਨਹੀਂ ਪਤਾ ਕਿ ਉਹਦੇ ਅੰਦਰ ਕਿਹੜੀ ਵਿਚਾਰ ਚੱਲ ਰਹੀ ਹੈ। ਇਹ ਤੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਪਹਿਚਾਨਿਆ ਕਿ ਇਹ ਮਨੁੱਖ ਜਿਹੜਾ ਇਹ ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਾ ਕੇ ਉਸ ਜਗ੍ਹਾ ਦੇ ਉੱਤੇ ਪਹਿਚਾਨ ਕੀਤੀ। ਇਸੇ ਤਰ੍ਹਾਂ ਇਹ ਪਹਿਚਾਨ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਮਰਜ਼ਾਦਾ ਵੀ ਬੰਨ੍ਹ ਦਿੱਤੀ ਕਿ ਕਿਤੇ ਦੁਨੀਆ ਦੇ ਮਨੁੱਖ ਬਾਹਰ ਦਾ ਪਹਿਰਾਵਾ ਦੇਖ ਕੇ ਨਾ ਰੀਝ ਜਾਣ। ਜੇ ਕਿਸੇ ਮਨੁੱਖ ਨੂੰ ਪਹਿਚਾਨਣਾ ਹੋਵੇ ਤੇ ਸਤਿਗੁਰੂ ਪਾਤਸ਼ਾਹ ਕਹਿਣਗੇ ਹੈ ਤੇ ਬੜਾ ਔਖਾ, ਕਿਉਂਕਿ ਰੱਬ ਨਾਲ ਜੁੜੇ ਹੋਏ, ਰੱਬ ਵਿੱਚ ਅਭੇਦ ਹੋਏ ਮਨੁੱਖ ਦੀ ਪਛਾਣ ਕਰਨੀ ਔਖੀ ਹੈ,
ਕਿਉਂਕਿ ਜਿਨ ਹਰ ਪਾਇਓ ਤਿਨੈ ਛਪਾਇਓ। ਜਿਹੜਾ ਰੱਬ ਦੀ ਪ੍ਰਾਪਤੀ ਕਰ ਲੈਂਦਾ ਉਹ ਤੇ ਕਿਸੇ ਲਾਗੇ ਬਿਆਨ ਹੀ ਨਹੀਂ ਕਰਦਾ, ਉਹ ਤੇ ਕਿਸੇ ਲਾਗੇ ਦੱਸਦਾ ਹੀ ਨਹੀਂ। ਪਰ ਜਿਹਨੇ ਪਾਇਆ ਨਹੀਂ ਉਹ ਥਾਂ ਥਾਂ ਦੇ ਉੱਤੇ ਜਾ ਕੇ ਆਪਣੇ ਲੇਵਲ ਲਗਾ ਕੇ ਲੋਕਾਂ ਨੂੰ ਦੱਸਣ ਲਈ ਯਤਨ ਕਰਦਾ ਹੈ ਕਿ ਮੈਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਜਾਂ ਮੈਂ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਿਆ। ਹੁਣ ਸਾਧ ਸੰਗਤ ਵਾਰ ਨਹੀਂ ਜਾਈਏ, ਬਲਹਾਰ ਨਹੀਂ ਜਾਈਏ, ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ, ਆਪਣੇ ਸਤਿਗੁਰੂ ਤੋਂ ਦੇਖਣ ਵਾਸਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਵੀ ਗੱਲ ਕਰੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਾਰੇ ਜਦੋਂ ਇਸ਼ਾਰਾ ਹੋਇਆ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਦਿੱਲੀ ਦੀ ਪਾਵਨ ਪਵਿੱਤਰ ਧਰਤੀ ਤੋਂ ਬਾਬਾ ਵਸੇ ਗ੍ਰਾਮ ਬਕਾਲੇ, ਤੇ ਉਸ ਵਕਤ 22 ਮੰਜੀਆਂ ਦੇ ਦਾਅਵੇਦਾਰ ਇਸ ਧਰਤੀ ਦੇ ਉੱਤੇ ਆਪਣੇ ਆਪੇ ਨੂੰ ਧਰਮੀ ਅਖਵਾਉਣ ਵਾਸਤੇ ਬੈਠ ਕੇ, ਗੁਰੂ ਅਖਵਾਉਣ ਵਾਸਤੇ ਬੈਠ ਗਏ। ਕਿਉਂਕਿ ਚੇਲਾ ਬਣਨਾ ਤੇ ਕਿਸੇ ਨੂੰ ਵੀ ਪ੍ਰਵਾਨ ਨਹੀਂ, ਕਿਉਂਕਿ ਚੇਲੇ ਬਣੇ ਤੇ ਫਿਰ ਸੇਵਾ ਕਰਨੀ ਪਵੇਗੀ। ਅੱਜ ਦਾ ਹਰ ਮਨੁੱਖ ਆਪਣੇ ਆਪੇ ਨੂੰ ਗੁਰੂ ਬਣਾ ਆਪਣੀ ਪੂਜਾ ਉਪਾਸਨਾ ਸੰਸਾਰ ਤੇ ਕਰਵਾਉਣਾ ਚਾਹੁੰਦਾ ਹੈ। ਉਦੋਂ ਤੇ ਕੇਵਲ 22 ਮੰਜੀ ਦੇ ਦਾਅਵੇਦਾਰ ਸਨ। ਜੇ ਅੱਜ ਦਾ ਸਮਾਂ ਹੁੰਦਾ ਤੇ ਪਤਾ ਨਹੀਂ ਕਿੰਨੇ ਹਜ਼ਾਰ ਹੋਣੇ ਸੀ। ਪਰ ਦੇਖੀਏ ਮੱਖਣ ਸ਼ਾਹ ਲਤਾਰਾ ਨੂੰ, ਉਹਦੇ ਨਕਲੀਆਂ ਦੇ ਵਿੱਚੋਂ ਵੀ ਅਸਲੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਹਿਚਾਣ ਕਰ ਲਈ। ਉਹ ਕੇਵਲ ਬਾਹਰ ਦੇ ਪਹਿਰਾਵਿਆਂ ਤੇ ਨਹੀਂ ਰਿਝਿਆ। ਮੱਖਣ ਸ਼ਾਹ ਲੁਬਾਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਅੰਦਰ ਦੇ ਵਿਚਾਰ ਨੂੰ ਪੜ੍ਹ ਲਿਆ ਕਿ ਜਿਨ ਹਰ ਪਾਇਓ ਤਿਨੈ ਛਪਾਇਓ। ਜਿਹੜਾ ਅਸਲ ਵਿੱਚ ਹੈ ਉਹ ਤੇ ਬਾਹਰ ਨਿਕਲ ਕੇ ਕਿਸੇ ਲਾਗੇ ਗੱਲ ਹੀ ਨਹੀਂ ਕਰਦਾ ਪਿਆ, ਪਰ ਜਿਹੜੇ ਗੱਲ ਕਰ ਰਹੇ ਨੇ ਉਹ ਹੈ ਨਹੀਂ। ਜਦੋਂ ਮੱਖਣ ਸ਼ਾਹ ਲੁਬਾਣੀ ਨੇ ਨਕਲੀਆਂ ਵਿੱਚੋਂ ਅਸਲੀ ਦੀ ਪਹਿਚਾਣ ਕਰ ਲਈ, ਨਕਲੀ ਸੀ ਉਹ ਤੇ ਮਾਰਨ ਤੱਕ ਵੀ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ। ਆਪਾਂ ਪੜ੍ਹਦੇ ਹਾਂ ਇਤਿਹਾਸ ਦੇ ਅੰਦਰ, ਸਿੰਹ ਮਸੰਦ ਆਦਿ ਵਰਗਿਆਂ ਨੇ, ਢੀਰਮਲ ਵਰਗਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਬੜੀ ਈਰਖਾ ਕੀਤੀ, ਸਤਿਗੁਰੂ ਦੇ ਉੱਤੇ ਗੋਲੀ ਤੱਕ ਵੀ ਚਲਵਾ ਦਿੱਤੀ। ਕਾਹਦੇ ਵਾਸਤੇ? ਕਿ ਸਾਡਾ ਪਖੰਡ, ਸਾਡਾ ਭੇਖ, ਸਾਡਾ ਦਿਖਾਵਾ, ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੱਚ ਦੇ ਸਾਹਮਣੇ ਸਾਡਾ ਝੂਠ ਦਾ ਫਰੇਬ ਚੱਲ ਨਹੀਂ ਸਕਿਆ। ਅਸੀਂ ਆਪਣੀ ਝੂਠ ਦੀ ਦੁਕਾਨ ਪਾ ਕੇ ਬੈਠਣਾ ਚਾਹੁੰਦੇ ਸਾਂ। ਸੋ ਸਾਧ ਸੰਗਤ, ਮੱਖਣ ਸ਼ਾਹ ਲੁਬਾਣੀ ਨੇ ਨਕਲੀਆਂ ਦੇ ਵਿੱਚੋਂ ਅਸਲੀ ਦੀ ਪਹਿਚਾਣ ਕਰ ਲਈ। ਪਰ ਅੱਜ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਅਸੀਂ ਅਸਲੀ ਦੇ ਹੁੰਦਿਆਂ ਵੀ ਨਕਲੀਆਂ ਦੇ ਪਿੱਛੇ ਤੁਰੇ ਫਿਰਦੇ ਹਾਂ। ਅਸਲੀ ਸਾਡੇ ਕੋਲ ਬੈਠਾ ਹੈ, ਜਿਹਦੇ ਬਾਰੇ ਸਮੁੱਚਾ ਜਗਤ ਜਾਣਦਾ ਹੈ, ਪਰ ਫਿਰ ਵੀ ਅਸੀਂ ਨਕਲੀਆਂ ਦੇ ਪਿੱਛੇ ਤੁਰੇ ਫਿਰਦੇ ਹਾਂ। ਵੈਸੇ ਜਿਹੜੀ ਨਕਲੀ ਮਠਿਆਈ ਵੀ ਹੁੰਦੀ ਹੈ ਨਾ, ਉਹਦੇ ਤੇ ਵੀ ਕਈ ਵਾਰੀ ਸੋਨੇ ਦਾ ਵਰਕ ਲੱਗਾ ਹੁੰਦਾ ਹੈ। ਦੇਖਣ ਵਾਸਤੇ ਉਹ ਅਸਲੀ ਨਾਲੋਂ ਵੀ ਨਕਲੀ ਚੀਜ਼ ਜ਼ਿਆਦਾ ਚਮਕ ਮਾਰਦੀ ਹੈ, ਪਰ ਪਤਾ ਬਾਅਦ ਵਿੱਚ ਲੱਗਦਾ ਕਿ ਇਹ ਤਾਂ ਨਕਲੀ ਸੀ। ਦੇਖਣ ਵਾਸਤੇ ਕਈ ਵਾਰੀ ਆਪਾਂ ਸੋਨਾ ਵੀ ਭੁਲੇਖਾ ਖਾ ਜਾਂਦੇ ਹਾਂ। ਕਈਆਂ ਨੇ ਨਕਲੀ ਗਹਿਣੇ ਪਾਏ ਹੁੰਦੇ ਨੇ, ਪਰ ਦੇਖਣ ਵਾਸਤੇ ਉਹ ਅਸਲੀਆਂ ਨਾਲੋਂ ਵੀ ਜ਼ਿਆਦਾ ਚਮਕਦੇ ਨੇ। ਕਹਿਣ ਤੋਂ ਮੁਰਾਦ ਇਹ ਹੈ, ਨਕਲੀ ਚੀਜ਼ ਦੀ ਚਮਕ ਥੋੜਾ ਸਮਾਂ ਤੇ ਮਨੁੱਖ ਨੂੰ ਪ੍ਰਭਾਵਿਤ ਕਰ ਸਕਦੀ ਹੈ, ਪਰ ਥੋੜੇ ਸਮੇਂ ਦੇ ਬਾਅਦ ਉਹ ਨਕਲੀ ਚੀਜ਼ ਦਾ ਪਖੰਡ, ਉਹਦਾ ਪਾਜ ਉਗੜ ਕੇ ਸਾਹਮਣੇ ਆ ਜਾਂਦਾ ਹੈ। ਇਸੇ ਤਰ੍ਹਾਂ ਧਰਮ ਦਾ ਲਿਬਾਸ ਪਾ ਕੇ ਨਕਲੀ ਮਨੁੱਖ ਵੀ ਜਿਹੜੇ ਸੰਸਾਰ ਤੇ ਬੈਠੇ ਹੋਏ ਨੇ ਨਾ, ਜਦੋਂ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬਾਣੀ ਪੜਾਂਗੇ, ਬਾਣੀ ਸੁਣਾਂਗੇ, ਤੇ ਸਾਧ ਸੰਗਤ ਉਸ ਵਕਤ ਸਾਨੂੰ ਵੀ ਨਕਲੀਆਂ ਦੀ ਪਹਿਚਾਣ ਆ ਜਾਵੇਗੀ। ਮੈਂ ਕੱਲ ਹੀ ਕਿਸੇ ਥਾਂ ਤੇ ਗਿਆ, ਹੈਰਾਨਗੀ ਇਸ ਗੱਲ ਦੀ ਹੋਈ ਕਿ ਵੇਖਣ ਵਾਸਤੇ ਪਹਿਰਾਵਾ ਬੜਾ ਵਧੀਆ ਲੱਗ ਰਿਹਾ ਸੀ। ਬਾਹਰੀ ਤੌਰ ਦੇ ਉੱਤੇ ਦੇਖਣ ਵਾਸਤੇ ਤੇ ਹਰੇਕ ਮਨੁੱਖ ਦਾ ਸਿਰ ਝੁਕਦਾ ਸੀ, ਪਰ ਕਮਾਲ ਦੀ ਗੱਲ ਹੋ ਗਈ, ਜਿਹੜੇ ਲੋਕ ਉਸ ਬਾਬੇ ਤੋਂ ਆਸ ਲੈ ਕੇ ਆਉਂਦੇ ਸਨ ਕਿ ਬਾਬਾ ਜੀ ਸਾਡੇ ਦੁੱਖ ਦੂਰ ਕਰਨਗੇ, ਪਰ ਜਦੋਂ ਉਹ ਬਾਬੇ ਦੀ ਪੜਤਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀ, ਪਰਿਵਾਰ ਦੀ ਗੱਲ ਸਾਡੇ ਕੋਲ ਪਹੁੰਚੀ, ਤੇ ਹੈਰਾਨਗੀ ਦੀ ਗੱਲ ਸੀ, ਉਹ ਬਾਬਾ ਸਾਡੇ ਕੋਲ ਰੋ ਰਿਹਾ ਸੀ। ਮੈਂ ਕਿਹਾ ਇਸ ਬਾਬੇ ਦੇ ਅੱਗੇ ਆ ਕੇ ਪਤਾ ਨਹੀਂ ਕਿੰਨਿਆਂ ਨੇ ਦੁੱਖ ਰੋਏ ਹੋਣਗੇ।
ਪਰ ਕਮਾਲ ਦੀ ਗੱਲ ਹੈ, ਇਹ ਬਾਬਾ ਸਾਡੇ ਕੋਲ ਆਪਣੇ ਦੁੱਖੜੇ ਰੋ ਰਹੇ ਹੈ ਵੀ ਮੈਂ ਪਰਿਵਾਰਕ ਤੌਰ ਤੇ ਬਹੁਤ ਦੁਖੀ ਹਾਂ, ਤੇ ਜਿਹੜਾ ਆਪ ਦੁਖੀ ਹੈ ਉਹ ਸਾਨੂੰ ਸੁੱਖ ਕਿੱਥੋਂ ਦੇਵੇਗਾ। ਸਾਧ ਸੰਗਤ, ਮੈਂ ਇਸ ਗੱਲ ਤੋਂ ਬੜਾ ਹੈਰਾਨ ਹੋਇਆ। ਮੈਂ ਆਪਣੇ ਸਾਥੀਆਂ ਨਾਲ ਗੱਲ ਵੀ ਕਰ ਰਿਹਾ ਸਾਂ। ਮੈਂ ਕਿਹਾ ਵੇਖੋ ਸੰਸਾਰ ਦੀ ਰੀਤ, ਇਹਨਾਂ ਕੋਲ ਸੁੱਖ ਲੈਣ ਵਾਸਤੇ ਪਤਾ ਨਹੀਂ ਕਿੰਨੇ ਕੁ ਲੋਕ ਆਉਂਦੇ ਹੋਣਗੇ, ਪਰ ਇਹ ਆਪ ਪਰਿਵਾਰਕ ਤੌਰ ਤੇ ਦੁਖੀ ਬੈਠੇ ਨੇ, ਸਾਨੂੰ ਸੁੱਖ ਕਿੱਥੋਂ ਦੇਣਗੇ। ਹੁਣ ਸਾਧ ਸੰਗਤ, ਮੈਂ ਜਿਹੜੀ ਵਿਚਾਰ ਕਹਿਣੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਇਸੇ ਕਰਕੇ ਸਾਨੂੰ ਸੁਚੇਤ ਕਰਦਿਆਂ ਕਹਿੰਦੇ ਨੇ, ਦੁਖ ਤਿਸੈ ਪੈ ਆਖੀਐ ਸੁਖ ਜਿਸਾ ਹੀ ਪਾਸ। ਕਹਿੰਦੇ ਦੁੱਖ ਵੀ ਉਹਦੇ ਅੱਗੇ ਜਾ ਕੇ ਰੋਣਾ ਚਾਹੀਦਾ ਜਿਹਦੇ ਕੋਲ ਸੁੱਖ ਨੇ, ਤੇ ਜਿਹੜਾ ਆਪ ਹੀ ਦੁਖੀ ਬੈਠਾ ਉਹ ਸਾਨੂੰ ਸੁੱਖ ਕਿੱਥੋਂ ਦੇਵੇਗਾ। ਕਹਿਣ ਤੋਂ ਮੁਰਾਦ ਇਹ ਹੈ ਸਾਧ ਸੰਗਤ, ਨਕਲੀ ਚੀਜ਼ਾਂ ਦੀ ਚਮਕ ਦਮਕ ਸੰਸਾਰ ਦੇ ਉੱਤੇ ਬਹੁਤ ਹੁੰਦੀ ਹੈ, ਪਰ ਸੱਚ ਇਹ ਹੈ ਸਾਧ ਸੰਗਤ, ਉਹਨਾਂ ਦਾ ਪਾਜ ਉਗੜ ਕੇ ਬੜੀ ਛੇਤੀ ਸਨਮੁਖ ਆ ਜਾਂਦਾ ਹੈ, ਤੇ ਜੇ ਸਾਨੂੰ ਸਮਝ ਹੋਵੇਗੀ ਨਾ ਤੇ ਤਾਂ ਅਸੀਂ ਪਹਿਚਾਣ ਸਕਾਂਗੇ। ਹੁਣ ਅਸੀਂ ਸਾਧ ਸੰਗਤ ਬਾਹਰ ਵਿਚਰਦੇ ਰਹਿੰਦੇ ਆ, ਪਿੰਡਾਂ ਥਾਵਾਂ ਦੇ ਉੱਤੇ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਸਾਨੂੰ ਬੜਾ ਕੁਝ ਵੇਖਣ ਵਾਸਤੇ ਮਿਲਦਾ ਹੈ। ਦੁਨੀਆ ਦੀਆਂ ਨਜ਼ਰਾਂ ਵਿੱਚ ਕਈ ਲੋਕ ਐਸੇ ਨੇ ਜਿਹੜੇ ਬੜੀ ਬੜੀ ਉੱਚੀ ਪਦਵੀ ਤੇ ਉਹਨਾਂ ਨੂੰ ਜਾਪਦੇ ਨੇ ਵੀ ਇਹ ਤੇ ਲਿਵਲੀਨ ਹੋਇਆ ਪਿਆ ਰੱਬ ਦੇ ਵਿੱਚ, ਪਰ ਜਦੋਂ ਅਸੀਂ ਉਹਨੂੰ ਆਪ ਕੋਲ ਜਾ ਕੇ ਤੱਕਦੇ ਆ ਤੇ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੀ ਨਿਕਲਦਾ ਹੈ। ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਨੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਸੋ ਸਾਧ ਸੰਗਤ, ਇਹ ਸਾਰੀ ਵਿਚਾਰਧਾਰਾ ਸਾਨੂੰ ਆਪਣੇ ਆਪ ਸਮਝ ਨਹੀਂ ਆ ਸਕੀ। ਜੇ ਸਾਨੂੰ ਵੀ ਇਸ ਗੱਲ ਦਾ ਗਿਆਨ ਹੋਇਆ ਨਾ ਕਿ ਬ੍ਰਹਮ ਗਿਆਨੀ ਕੌਣ ਹੋ ਸਕਦਾ ਹੈ, ਰੱਬ ਦੇ ਵਿੱਚ ਲਿਵਲੀਨ ਕਿਹੜਾ ਮਨੁੱਖ ਹੋ ਸਕਦਾ ਹੈ, ਕਿਹੜਾ ਮਨੁੱਖ ਹੈ। ਮੈਂ ਐਸੇ ਵੀ ਧਰਮੀ ਮਨੁੱਖ ਵੇਖੇ ਜਿਨ੍ਹਾਂ ਨੇ ਸਾਦੇ ਕੱਪੜੇ ਪਾਏ ਨੇ, ਕੋਈ ਵੱਖਰਾ ਲਿਬਾਸ ਨਹੀਂ, ਕੋਈ ਕਿਸੇ ਧਰਮ ਦਾ ਕੋਈ ਪਹਿਰਾਵਾ ਵੱਖਰਾ ਨਹੀਂ, ਕੇਵਲ ਤੇ ਕੇਵਲ ਆਮ ਸਾਦੇ ਕੱਪੜੇ ਪਾਏ ਨੇ, ਤੇ ਜੀਵਨ ਇੰਨਾ ਉੱਚਾ ਤੇ ਸੁੱਚਾ ਕਿ ਉਹਨਾਂ ਦੇ ਚਰਨਾਂ ਵਿੱਚ ਆਪਣੇ ਆਪ ਸੀਸ ਝੁਕ ਜਾਂਦਾ ਕਿ ਇਹ ਹੈ ਅਸਲੀ ਬ੍ਰਹਮ ਗਿਆਨੀ। ਜਿਹੜੇ ਕੇਵਲ ਪਹਿਰਾਵਾ ਕਰਨ ਵਾਸਤੇ ਜਾਂ ਆਪਣੇ ਨਾਵਾਂ ਦੇ ਅੱਗੇ 108 101 ਹੁਣ ਹੋਰ ਗਿਣਤੀ ਵੱਧ ਗਈ 1008 ਕਹਿਣ ਲੱਗ ਪਏ, ਇਹ ਕੇਵਲ ਤੇ ਕੇਵਲ ਇੱਕ ਲੇਬਲ ਲਾਏ ਹੋਏ ਨੇ, ਇਹ ਕੇਵਲ ਤੇ ਕੇਵਲ ਇੱਕ ਦਿਖਾਵੇ ਦੇ, ਤਾਂ ਕਿ ਦੁਨੀਆ ਦੇ ਲੋਕ ਇਹ ਸਮਝ ਸਕਣ ਕਿ ਇਹ ਜਿਹਦੇ ਅੱਗੇ 108 ਲੱਗਿਆ ਇਹ ਬੜਾ ਪਹੁੰਚਿਆ ਹੋਇਆ ਕੋਈ ਧਰਮਾਤਮਾ ਜਾਂ ਮਹਾਤਮਾ ਹੋਵੇਗਾ। ਪਰ ਸਾਧ ਸੰਗਤ, ਭੁਲੇਖਾ ਨਾ ਖਾਈਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਵੀ ਸੁਚੇਤ ਕਰ ਦਿੱਤਾ ਕਿ ਦੁਨੀਆ ਦੇ ਲੋਕੋ, ਤੁਹਾਨੂੰ ਵੀ ਦੁਨੀਆ ਦੇ ਉੱਤੇ ਬੜੇ ਪਖੰਡੀ ਮਿਲਣਗੇ, ਪਰ ਇੱਕ ਗੱਲ ਯਾਦ ਰੱਖਿਓ, ਜਿਹੜਾ ਅਸਲੀ ਹੋਵੇਗਾ ਨਾ, ਜਿਹੜਾ ਰੱਬ ਦੇ ਵਿੱਚ ਲਿਵਲੀਨ ਹੋਵੇਗਾ, ਮੈਂ ਤੁਹਾਨੂੰ ਸੁਚੇਤ ਕਰਕੇ ਦੱਸ ਦਿੰਦਾ ਉਸ ਮਨੁੱਖ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਜਿਸ ਮਨੁੱਖ ਦੇ ਅੰਦਰ ਇਹ ਗੁਣ ਹੋਣਗੇ ਨਾ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਜ ਦੇ ਅੰਮ੍ਰਿਤਮਈ ਉਪਦੇਸ਼ ਦੇ ਅੰਦਰ ਬਖਸ਼ਿਸ਼ ਕੀਤੇ ਨੇ, ਸੱਚ ਜਾਣਿਓ ਉਹੀ ਮਨੁੱਖ ਪਰਮਾਤਮਾ ਦੇ ਵਿੱਚ ਅਭੇਦ ਮੰਨਿਆ ਜਾ ਸਕਦਾ ਹੈ। ਇਹ ਨਿਸ਼ਾਨੀਆਂ ਨੇ, ਮੈਂ ਨਹੀਂ ਦੱਸਣੀਆਂ ਨਿਸ਼ਾਨੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਦੱਸਣੀਆਂ ਨੇ। ਤੇ ਜਿਹੜੀਆਂ ਨਿਸ਼ਾਨੀਆਂ ਰੱਬ ਦੇ ਵਿੱਚ ਲਿਵਲੀਨ ਮਨੁੱਖ ਦੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸਣੀਆਂ ਨੇ, ਆਪਾਂ ਥੋੜਾ ਜਿਹਾ ਤਵੱਜੋ ਦੇ ਕੇ ਸੁਣਨ ਦੇ ਯਤਨ ਕਰਨੇ ਨੇ, ਤਾਂ ਕਿ ਅਸੀਂ ਕਿਸੇ ਠੱਗੀ ਦਾ ਸ਼ਿਕਾਰ ਨਾ ਹੋ ਜਾਈਏ, ਤਾਂ ਕਿ ਅਸੀਂ ਨਕਲੀਆਂ ਦੇ ਪਿੱਛੇ ਚੱਲ ਕੇ ਆਪਣਾ ਜੀਵਨ ਬਰਬਾਦ ਨਾ ਕਰ ਬੈਠੀਏ, ਤਾਂ ਕਿ ਸਾਨੂੰ ਵੀ ਸੱਚ ਦੀ ਸਮਝ ਆ ਸਕੇ। ਸੱਚ ਜਿਹੜਾ ਹੁੰਦਾ ਤੇ ਕੌੜਾ ਸਾਧ ਸੰਗਤ, ਠੀਕ ਹੈ, ਇਹ ਸ਼ਬਦ ਦੇ ਅਰਥ ਆਪਾਂ ਉਂਝ ਵੀ ਅਗਾਂਹ ਕਰਕੇ ਨਿਕਲ ਸਕਦੇ ਸਾਂ, ਪਰ ਜ਼ਮੀਰ ਤੇ ਅੰਦਰ ਦੀ ਵਿਚਾਰ ਇਜਾਜ਼ਤ ਨਹੀਂ ਦਿੰਦੀ। ਇਸੇ ਕਰਕੇ ਮੈਂ ਆਪ ਸੰਗਤਾਂ ਦੇ ਸਨਮੁਖ ਪਹਿਲਾਂ ਇਹ ਵਿਚਾਰਾਂ ਦੀ ਸਾਂਝ ਕੀਤੀ ਹੈ ਕਿ ਧਰਮੀ ਮਨੁੱਖ ਨੂੰ ਪਹਿਚਾਨਣ ਵਾਸਤੇ, ਰੱਬ ਦੇ ਵਿੱਚ ਲਿਵਲੀਨ ਮਨੁੱਖ ਨੂੰ ਪਹਿਚਾਨਣ ਵਾਸਤੇ ਕੇਵਲ ਕੱਪੜਿਆਂ ਤੱਕ ਸੀਮਤ ਨਹੀਂ ਰਹਿਣਾ, ਮਨੁੱਖ ਦੇ ਅੰਦਰ ਦੀ ਵਿਚਾਰ ਨੂੰ ਪੜ੍ਹਨ ਦੇ ਯਤਨ ਕਰਨੇ ਨੇ, ਤੇ ਅੰਦਰ ਦੀ ਵਿਚਾਰ ਉਹਦੀ ਕੈਸੀ ਹੋਣੀ ਚਾਹੀਦੀ ਹੈ, ਉਹ ਨਿਸ਼ਾਨੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸੀਆਂ ਨੇ। ਪਹਿਲੀ ਨਿਸ਼ਾਨੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹੀ ਦੱਸੀ, ਜੋ ਨਰ ਦੁੱਖ ਮੈਂ
ਦੁੱਖ ਨਹੀਂ ਮਾਨੈ। ਕਹਿੰਦੇ ਅਸਲੀ ਬ੍ਰਹਮ ਗਿਆਨੀ ਤੇ ਉਹ ਹੈ, ਅਸਲੀ ਧਰਮਾਤਮਾ ਰੱਬ ਨਾਲ ਜੁੜਿਆ ਹੋਇਆ ਗੁਰਮੁਖ ਪਿਆਰਾ ਉਹ ਹੈ ਜਿਹੜਾ ਦੁੱਖ ਆ ਪਿਆ ਤੇ ਕਦੇ ਘਬਰਾਇਆ ਨਹੀਂ। ਇਹ ਨਹੀਂ ਕਿਹਾ ਕਿ ਮੇਰੇ ਤੇ ਦੁੱਖ ਆਇਆ, ਬੜਾ ਮਾੜਾ ਆਇਆ। ਜਿਹੜਾ ਦੁੱਖ ਆ ਪੈਣ ਤੇ ਵੀ ਇਹ ਗੱਲ ਕਹਿੰਦਾ ਹੈ, ਮੇਰੇ ਦਾਤਾ ਜੀ ਇਹ ਭੇ ਦਾਤ ਤੇਰੀ ਦਾਤਾਰ। ਇਹ ਦੁੱਖ ਵੀ ਤੇਰੀ ਇੱਕ ਦਿੱਤੀ ਹੋਈ ਦਾਤ ਹੈ। ਆਪਾਂ ਰੋਜ਼ ਪੜ੍ਹਦੇ ਆ ਨਾ ਵੀ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਪਰਮਾਤਮਾ ਇਹ ਦੁੱਖ ਵੀ ਤੇਰੀ ਦਿੱਤੀ ਹੋਈ ਇੱਕ ਦਾਤ ਹੈ। ਉਹ ਦੁੱਖ ਆ ਪੈਣ ਤੇ ਕਦੇ ਘਬਰਾਉਂਦਾ ਨਹੀਂ। ਇਹ ਪਹਿਲੀ ਨਿਸ਼ਾਨੀ ਹੋਵੇਗੀ ਉਸ ਮਨੁੱਖ ਦੀ, ਭਾਵੇਂ ਸੰਸਾਰ ਦੇ ਉੱਤੇ ਦੁੱਖ ਆ ਪਵੇ, ਭਾਵੇਂ ਉਹਦੇ ਪਰਿਵਾਰ ਦੇ ਉੱਤੇ ਦੁੱਖ ਆ ਪਵੇ। ਹੁਣ ਸਾਧ ਸੰਗਤ ਵੇਖੋ, ਸੀਸ ਦੇ ਉੱਤੇ ਚੱਲਦਾ ਹੋਵੇ ਆਰਾ ਤੇ ਮਨੁੱਖ ਪੜ ਰਿਹਾ ਹੋਵੇ ਜਪਜੀ ਸਾਹਿਬ ਤੇ ਦਰਸ਼ਨ ਕਰ ਰਿਹਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਤੇ ਫਿਰ ਵੀ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਿਹਾ ਹੋਵੇ, ਇਹ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ? ਇਹ ਤੋਂ ਵੱਡਾ ਕੋਈ ਦੁੱਖ ਹੋ ਸਕਦਾ ਹੈ? ਸਰੀਰ ਚੋਂ ਖੂਨ ਦੀਆਂ ਤੰਧੀਰੀਆਂ ਨਿਕਲ ਰਹੀਆਂ ਹੋਣ, ਸਿਰ ਦੇ ਉੱਤੇ ਆਰਾ ਚੱਲ ਰਿਹਾ ਹੋਵੇ ਤੇ ਮਨੁੱਖ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਪੜ ਰਿਹਾ ਹੋਵੇ, ਨਿਰੰਕਾਰ ਦਾ ਸ਼ੁਕਰਾਨਾ ਕਰ ਰਿਹਾ ਹੋਵੇ, ਫਿਰ ਰੂਹ ਵਿੱਚ ਲਪੇਟ ਕੇ ਅੱਗ ਜਿਹੜੀ ਹੈ ਉਹ ਸਾੜ ਰਹੀ ਹੋਵੇ, ਤੇ ਫਿਰ ਵੀ ਮਨੁੱਖ ਰੱਬ ਦਾ ਸ਼ੁਕਰਾਨਾ ਕਰਕੇ ਕਹਿ ਰਿਹਾ ਹੋਵੇ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇਹ ਤੋਂ ਵੱਡਾ ਵੀ ਕੋਈ ਦੁੱਖ ਹੋ ਸਕਦਾ ਹੈ? ਦੇਖੋ, ਪਾਣੀ ਦੀ ਦੇਗ ਵਿੱਚ ਉਬਾਲਿਆ ਜਾ ਰਿਹਾ ਹੋਵੇ ਤੇ ਆਲੂ ਦੀ ਤਰ੍ਹਾਂ ਉਬਲਦਾ ਹੋਇਆ ਪਾਣੀ ਦੀ ਦੇਗ ਵਿੱਚ ਮਨੁੱਖ ਭਾਈ ਦਿਆਲੇ ਦੀ ਤਰ੍ਹਾਂ ਫਿਰ ਵੀ ਸਤਿਗੁਰੂ ਦਾ ਸ਼ੁਕਰਾਨਾ ਕਰ ਰਿਹਾ ਹੋਵੇ, ਇਹ ਤੋਂ ਵੱਡਾ ਵੀ ਕੋਈ ਦੁੱਖ ਹੋ ਸਕਦਾ ਹੈ? ਸਾਧ ਸੰਗਤ, ਫਿਰ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਤੱਖ ਦੀਦਾਰ ਕਰਦੇ ਆ, ਪਰਮੇਸ਼ਰ ਦੇ ਵਿੱਚ ਮਨੁੱਖ ਜੁੜਿਆ ਹੋਵੇ, ਇਹ ਤੋਂ ਵੱਡਾ ਵੀ ਕੋਈ ਦੁੱਖ ਹੋ ਸਕਦਾ ਹੈ? ਆ ਸਾਡੇ ਤੇ ਛੋਟੇ ਛੋਟੇ ਦੁੱਖ ਨੇ। ਵੈਸੇ ਰੱਬ ਜਿਹੜਾ ਹੁੰਦਾ, ਪਰਮਾਤਮਾ ਜਿਹੜਾ ਹੈ ਨਾ, ਆਪਾਂ ਕਈ ਵਾਰੀ ਦੁੱਖ ਆ ਪੈਣ ਤੇ ਘਬਰਾ ਜਾਂਦੇ ਆ, ਪਰ ਸੱਚ ਇਹ ਹੈ ਸਾਧ ਸੰਗਤ, ਜਿਹੜਾ ਦੁੱਖ ਹੈ ਨਾ, ਇਹ ਰੱਬ ਮਨੁੱਖ ਨੂੰ ਕਈ ਵਾਰੀ ਦੁੱਖ ਦੇ ਥੱਪੜ ਮਾਰ ਕੇ ਨਾ ਤੇ ਆਪਣਾ ਸ਼ੁਕਰਾਨਾ ਚੇਤੇ ਕਰਾਉਂਦਾ ਹੈ। ਤੇ ਜਿਹੜਾ ਮਨੁੱਖ ਇਹ ਗੱਲ ਸਮਝ ਜਾਂਦਾ ਹੈ ਨਾ ਕਿ ਰੱਬ ਨੇ ਇਹ ਦੁੱਖ ਦਾ ਥੱਪੜ ਮੈਨੂੰ ਮਾਰਿਆ ਹੀ ਤਾਂ ਹੈ ਕਿਉਂਕਿ ਮੈਂ ਪਰਮਾਤਮਾ ਨੂੰ ਭੁੱਲ ਬੈਠਿਆ ਸੀ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਿਹੜਾ ਸਮਝ ਜਾਂਦਾ ਹੈ ਉਹ ਤੇ ਕਹਿ ਦਿੰਦਾ ਵੀ ਦੁੱਖ ਤੇ ਮੇਰੇ ਵਾਸਤੇ दारू ਬਣ ਕੇ ਆਇਆ, ਦੁੱਖ दारू ਸੁਖ ਰੋਗ ਭਇਆ। ਉਹ ਤੇ ਕਹਿੰਦਾ ਦੁੱਖ ਮੇਰੇ ਵਾਸਤੇ दारू ਬਣ ਕੇ ਆਇਆ, ਕਿਉਂ? ਕਿਉਂਕਿ ਮੈਂ ਰੱਬ ਤੋਂ ਟੁੱਟ ਗਿਆ ਸੀ, ਰੱਬ ਨੇ ਦੁੱਖ ਦਾ ਥੱਪੜ ਮਾਰ ਕੇ ਮੈਨੂੰ ਫਿਰ ਆਪਣੀ ਚਰਨਾਂ ਦੇ ਨਾਲ ਜੋੜ ਲਿਆ। ਇਹ ਤੇ ਗੁਰਮੁਖ ਦੀ ਅਵਸਥਾ ਹੈ। ਜਿਹੜਾ ਮਨਮੁਖ ਹੈ ਉਹ ਛੋਟਾ ਜਿਹਾ ਸਰੀਰਕ ਦੁੱਖ ਆਵੇ, ਪਰਿਵਾਰਕ ਦੁੱਖ ਆਵੇ, ਕਿਸੇ ਕਿਸਮ ਦਾ ਕੋਈ ਦੁੱਖ ਆਵੇ, ਉਹ ਪਰਮਾਤਮਾ ਦੇ ਨਾਲ ਗੱਲ-ਗੱਲ ਦੇ ਉੱਤੇ ਗਿਲਾ ਕਰੇਗਾ। ਪਰ ਜਿਹੜਾ ਗੁਰਮੁਖ ਹੈ ਉਹ ਬਾਰ-ਬਾਰ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅੱਜ ਦੇ ਮੁਬਾਰਕ ਸ਼ਬਦ ਵਿੱਚ ਸਮਝਾ ਰਹੇ ਨੇ, ਜਿਹੜਾ ਰੱਬ ਨਾਲ ਜੁੜਿਆ ਮਨੁੱਖ ਹੈ, ਪਰਮਾਤਮਾ ਵਿੱਚ ਅਭੇਦ ਮਨੁੱਖ ਹੈ, ਉਹਦੀ ਸਭ ਤੋਂ ਵੱਡੀ ਨਿਸ਼ਾਨੀ ਇਹੀ ਹੁੰਦੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਉਹ ਦੁੱਖ ਆ ਪੈਣ ਦੇ ਉੱਤੇ ਕਦੇ ਘਬਰਾਉਂਦਾ ਨਹੀਂ। ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਹੁਣ ਸਾਧ ਸੰਗਤ, ਉਹ ਸੁੱਖਾਂ ਦੇ ਨਾਲ ਸਨੇਹ ਵੀ ਨਹੀਂ ਕਰਦਾ, ਸੁੱਖਾਂ ਨਾਲ ਪਿਆਰ ਵੀ ਨਹੀਂ ਕਰਦਾ। ਉਹ ਇਹ ਵੀ ਨਹੀਂ ਚਾਹੁੰਦਾ ਜਿਹੜਾ ਰੱਬ ਨਾਲ ਜੁੜਿਆ ਮਨੁੱਖ ਹੈ ਕਿ ਮੇਰੇ ਕੋਲੋਂ ਦੂਜੇ ਬਾਬੇ ਨਾਲੋਂ ਵੱਡੀ ਗੱਡੀ ਹੋਵੇਗੀ ਤੇ ਮੈਂ ਤਾਂ ਸੁਖੀ ਹੋਵਾਂਗਾ। ਉਹ ਜਿਹੋ ਜੀ ਰੱਬ ਨੇ ਦਿੱਤੀ ਹੈ ਉਹਦੇ ਵਿੱਚ ਵੀ ਸ਼ੁਕਰਾਨਾ ਕਰਦਾ ਹੈ। ਪਰ ਮੈਂ ਵੇਖਿਆ ਅੱਜ ਹੋੜ ਇਸ ਗੱਲ ਦੀ ਵੀ ਲੱਗ ਗਈ, ਦੁਖੀ ਕਈ ਇਸ ਗੱਲ ਤੋਂ ਵੀ ਨੇ ਕਿ ਉਹਦਾ ਡੇਰਾ ਮੇਰੇ ਡੇਰੇ ਨਾਲੋਂ ਵੱਡਾ ਕਿਉਂ ਹੈ। ਦੇਖੋ, ਆਪਣੇ ਆਪ ਨੂੰ ਧਰਮਾਤਮਾ ਕਹਾਉਣ ਵਾਲੇ, ਮਹਾਤਮਾ ਕਹਾਉਣ ਵਾਲੇ ਅੱਜ ਕਈ ਵਾਰੀ ਇਸ ਗੱਲ ਤੋਂ ਵੀ ਦੁਖੀ ਹੁੰਦੇ ਨੇ ਕਿ ਲੋਕ ਮੇਰੇ ਕੋਲ ਘੱਟ ਆਉਂਦੇ ਨੇ ਤੇ ਉਹਦੇ ਕੋਲ ਵੱਧ ਕਿਉਂ ਜਾਂਦੇ ਨੇ।
ਹੁਣ ਇਹ ਵੀ ਇੱਕ ਦੁੱਖ ਹੈ, ਇਹ ਵੀ ਸੁੱਖ ਦੇ ਨਾਲ ਪਿਆਰ ਹੈ ਵੀ ਮੇਰੇ ਕੋਲ ਵੱਧ ਆਉਣਗੇ, ਧਨ ਵੱਧ ਆਵੇਗਾ ਤੇ ਮੈਂ ਵੱਧ ਸੁਖੀ ਹੋ ਜਾਵਾਂਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਸੁਖ ਸਨੇਹ ਉਹ ਮਨੁੱਖ ਸੁੱਖਾਂ ਦੇ ਨਾਲ ਵੀ ਪਿਆਰ ਨਹੀਂ ਕਰਦਾ ਕਿ ਮੈਨੂੰ ਬਹੁਤ ਵਧੀਆ ਗੱਦਾ ਮਿਲੇ, ਮੈਨੂੰ ਬਹੁਤ ਵਧੀਆ ਡੇਰਾ ਪ੍ਰਾਪਤ ਹੋ ਜਾਵੇ, ਜਾਂ ਬਹੁਤ ਵਧੀਆ ਲੋਕ ਮੇਰੇ ਕੋਲ ਚੱਲ ਕੇ ਆਉਣ ਤੇ ਮੇਰੇ ਕੋਲ ਬੇਅੰਤ ਧਨ ਜਿਹੜਾ ਉਹ ਭੇਟ ਕਰਕੇ ਜਾਣ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਰੱਬ ਨਾਲ ਜੁੜਿਆ ਮਨੁੱਖ ਹੈ ਨਾ, ਉਹ ਸੁੱਖਾਂ ਦੇ ਨਾਲ ਪਿਆਰ ਨਹੀਂ ਕਰਦਾ। ਇਹ ਦੂਜੀ ਨਿਸ਼ਾਨੀ ਹੈ ਜੀ ਉਸ ਮਨੁੱਖ ਦੀ। ਅਰ ਭੈ ਨਹੀਂ ਜਾਕੈ, ਉਹਦੇ ਮਨ ਵਿੱਚ ਰੱਤੀ ਭਰ ਵੀ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੁੰਦਾ। ਹੁਣ ਜਿਹੜੇ ਰੱਬ ਨਾਲ ਜੁੜੇ ਮਨੁੱਖ ਨੇ, ਸਭ ਤੋਂ ਵੱਡਾ ਡਰ ਤੇ ਮੌਤ ਦਾ ਹੁੰਦਾ ਹੈ। ਵੇਖੋ ਕਮਾਲ ਦੀ ਗੱਲ, ਜਿਹੜਾ ਰੱਬ ਨਾਲ ਜੁੜਿਆ ਉਹ ਤੇ ਮੌਤ ਤੋਂ ਵੀ ਨਹੀਂ ਡਰਦਾ, ਤੇ ਜਿਹੜਾ ਰੱਬ ਨਾਲ ਨਹੀਂ ਜੁੜਿਆ ਉਹਨੇ ਤੇ 50-50 ਸਿਕਿਉਰਿਟੀ ਗਾਰਡ ਰੱਖੇ ਨੇ। ਕਿਉਂ? ਪਤਾ ਨਹੀਂ ਕਦੋਂ ਕੋਈ ਆ ਕੇ ਮਾਰ ਦੇਵੇਗਾ, ਕਦੋਂ ਕੋਈ ਮੌਤ ਦੀ ਘਾਟ ਉਤਾਰ ਦੇਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਰੱਬ ਨਾਲ ਜੁੜਿਆ ਅਰ ਭੈ ਨਹੀਂ ਜਾਕੈ, ਉਹ ਨਿਰਭਉ ਹੋ ਜਾਂਦਾ ਹੈ। ਜਿਨ ਹਰ ਨਿਰਭਉ ਧਿਆਇਆ ਜੇ, ਤਿਨ ਕਾ ਭਉ ਸਭ ਗਵਾਸੀ। ਜਿਹੜਾ ਨਿਰਭਉ ਪਰਮਾਤਮਾ ਨੂੰ ਧਿਆਉਂਦਾ ਹੈ, ਜਿਹੜਾ ਅਕਾਲ ਪੁਰਖ ਨਾਲ ਜੁੜਿਆ ਹੋਇਆ ਮਨੁੱਖ ਹੁੰਦਾ ਹੈ, ਰੱਬ ਤੇ ਉਹਦੇ ਸਾਰੇ ਡਰ ਕੱਢ ਦਿੰਦਾ ਹੈ, ਤੇ ਵੱਡਾ ਡਰ ਮੌਤ ਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਉਹ ਮੌਤ ਤੋਂ ਵੀ ਨਹੀਂ ਡਰਦਾ। ਕਿਉਂ? ਕਿਉਂਕਿ ਉਹਦਾ ਮੌਤ ਦਾ ਡਰ ਗੁਰੂ ਦੀ ਕਿਰਪਾ ਦੇ ਸਦਕਾ ਉਸ ਮਨੁੱਖ ਦੇ ਮਨ ਵਿੱਚੋਂ ਨਿਕਲ ਜਾਂਦਾ ਹੈ। ਹੁਣ ਮੌਤ ਤੋਂ ਹੀ ਡਰਦੇ ਨੇ ਨਾ। ਦਿੱਲੀ ਦੀ ਧਰਤੀ ਤੇ ਕਿਸਾਨ ਮੋਰਚਾ ਚੱਲ ਰਿਹਾ ਹੈ, ਤੇ ਸਾਡੇ ਆਪਣੇ ਆਪ ਨੂੰ ਧਰਮਾਤਮਾ ਕਹਾਉਣ ਵਾਲਿਆਂ ਵਿੱਚੋਂ ਕੋਈ ਵਿਰਲਾ ਹੀ ਪਹੁੰਚਿਆ। ਕਈਆਂ ਨੂੰ ਤੇ ਅਜੇ ਵੀ ਮੌਤ ਦਾ ਡਰ ਲੱਗਿਆ ਵੀ ਜੇ ਮੈਂ ਉੱਥੇ ਚਲਾ ਗਿਆ ਤੇ ਮੈਨੂੰ ਕੋਈ ਮਾਰ ਨਾ ਦੇਵੇ, ਕੋਈ ਮੌਤ ਦੇ ਘਾਟ ਨੂੰ ਉਤਾਰ ਦੇਵੇ। ਪਰ ਜਿਹਨਾਂ ਦੇ ਦਿਲ ਦੁਖ ਰਹੇ ਨੇ, ਸੱਚੇ ਉਸ ਜਾ ਕੇ ਕਿਸਾਨ ਸੰਘਰਸ਼ ਮੋਰਚੇ ਦੇ ਵਿੱਚ ਦਿੱਲੀ ਦੀ ਧਰਤੀ ਤੇ ਉਹ ਬੈਠੇ ਨੇ। ਸਾਹਿਬ ਕਹਿੰਦੇ ਜਿਹੜਾ ਰੱਬ ਨਾਲ ਜੁੜਿਆ ਮਨੁੱਖ ਹੈ ਨਾ, ਦੂਜੀ ਨਿਸ਼ਾਨੀ ਉਹਦੀ ਇਹ ਵੀ ਹੁੰਦੀ ਹੈ, ਉਹ ਕਿਸੇ ਮੌਤ ਤੋਂ ਡਰਦਾ ਨਹੀਂ। ਤੇ ਤੀਸਰੀ ਨਿਸ਼ਾਨੀ ਕੰਚਨ ਮਾਟੀ ਮਾਨੈ, ਉਹ ਸੋਨੇ ਨੂੰ ਮਿੱਟੀ ਦੇ ਸਮਾਨ ਸਮਝਦਾ ਹੈ। ਮੈਂ ਜਿਸ ਥਾਂ ਦੀ ਕੱਲ ਗੱਲ ਕਰ ਰਿਹਾ, ਲੋਕੀ ਤੇ ਧਰਮਾਤਮਾ ਸਮਝਦੇ, ਤੇ ਮੈਂ ਵੇਖਿਆ ਬਾਬੇ ਨੇ ਸੋਨੇ ਦਾ ਕਿੱਡਾ ਹੀ ਮੋਟਾ ਕੜਾ ਪਾਇਆ ਹੱਥ 'ਚ। ਮੈਂ ਕਿਹਾ ਕਮਾਲ ਦੀ ਗੱਲ ਹੈ, ਇਹ ਸੋਨੇ ਨੂੰ ਮਿੱਟੀ ਸਮਝੇਗਾ ਜਿਹੜਾ ਤੇ ਆਪ ਤਨ ਦੇ ਉੱਤੇ ਏਡਾ ਮੋਟਾ ਸੋਨੇ ਦਾ ਕੜਾ ਪਾਈ ਫਿਰਦਾ। ਹੁਣ ਸਾਧ ਸੰਗਤ, ਇਹ ਦੁੱਖ ਦੀ ਗੱਲ ਹੈ ਸਾਡੇ ਵਾਸਤੇ। ਜਿਹੜਾ ਮਨੁੱਖ ਰੱਬ ਨਾਲ ਜੁੜਿਆ, ਉਹਨੂੰ ਸੋਨੇ ਨਾਲ ਕੋਈ ਸ਼ਿੰਗਾਰ ਨਾਲ ਕੋਈ ਮਤਲਬ ਨਹੀਂ। ਤੇ ਜੇ ਅੱਜ ਥੋੜੇ ਜਿਹੇ ਪੈਸੇ ਆ ਜਾਣ ਤੇ ਅਸੀਂ ਸੋਨੇ ਦੀਆਂ ਅੰਗੂਠੀਆਂ, ਵੱਡੀਆਂ ਵੱਡੀਆਂ ਗਲ ਦੇ ਵਿੱਚ ਚੈਨੀਆਂ ਜਿਹੜੀਆਂ ਉਹ ਸੋਨੇ ਦੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਆ। ਜਿਸ ਬਾਬੇ ਨੇ ਸੱਚ ਜਾਣਿਓ, ਜਿਹੜੇ ਧਰਮੀ ਪੁਰਸ਼ ਨੇ ਸੋਨੇ ਦੀਆਂ ਚੈਨੀਆਂ ਪਾਈਆਂ ਹੋਣ ਨਾ, ਇਹ ਸਮਝ ਲਿਓ ਵੀ ਇਹ ਵੀ ਰੱਬ ਨਾਲ ਨਹੀਂ ਜੁੜਿਆ, ਇਹ ਵੀ ਤਨ ਦੇ ਸ਼ਿੰਗਾਰ ਨਾਲ ਹੀ ਜੁੜਿਆ। ਜਿਹੜਾ ਰੱਬ ਨਾਲ ਜੁੜਿਆ ਹੁੰਦਾ ਮਨੁੱਖ ਹੈ, ਉਹ ਤਨ ਦੇ ਸ਼ਿੰਗਾਰ ਨਾਲ ਨਹੀਂ ਜੁੜਦਾ, ਉਹ ਮਨ ਦੇ ਸ਼ਿੰਗਾਰ ਨਾਲ ਜੁੜਦਾ। ਮਨ ਦੇ ਸ਼ਿੰਗਾਰ ਨਾਲ ਉਹ ਕਹਿੰਦਾ ਮੈਂ ਮਨ ਸ਼ਿੰਗਾਰਨਾ, ਤਨ ਆਪੇ ਸ਼ਿੰਗਾਰਿਆ ਜਾਣਾ। ਜਿਸ ਦਿਨ ਮਨੁੱਖ ਦਾ ਮਨ ਸ਼ਿੰਗਾਰਿਆ ਜਾਂਦਾ ਹੈ, ਹੁਣ ਕਈਆਂ ਨੇ ਬਾਹਰੋਂ ਤੇ ਸੋਨਾ ਪਾਇਆ ਹੁੰਦਾ ਪਰ ਮਨ ਸ਼ਿੰਗਾਰਿਆ ਹੀ ਨਹੀਂ। ਮਨ ਦੇ ਵਿੱਚ ਕੂੜ, ਕਪਟ, ਝੂਠ, ਫਰੇਬ, ਇਹ ਲਾਲਚ ਵਰਗੀਆਂ ਬਿਰਤੀਆਂ ਮਨ 'ਚ ਬੈਠੀਆਂ ਨੇ। ਤਨ ਦਾ ਪਾਇਆ ਸੋਨਾ ਕੀ ਕਰੇਗਾ ਜੇ ਘਰ ਦੇ ਪਰਿਵਾਰ ਦੇ ਜੀਆਂ ਨੂੰ ਕੌੜੇ ਬੋਲ ਬੋਲਣੇ ਨੇ? ਇਹਦਾ ਮਤਲਬ ਇਹਨੇ ਤਨ ਸ਼ਿੰਗਾਰਿਆ, ਮਨ ਨਹੀਂ ਸ਼ਿੰਗਾਰਿਆ। ਬਾਹਰ ਦਾ ਸ਼ਿੰਗਾਰ ਜਿਹੜਾ ਨਾ, ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਰੱਬ ਨਾਲ ਜੁੜਿਆ, ਇੱਕ ਨਿਸ਼ਾਨੀ ਇਹ ਵੀ ਦੇਖ ਲਿਓ ਵੀ ਜੇ ਉਹਨੇ ਸੋਨੇ ਦੇ ਨਾਲ ਪਿਆਰ ਕੀਤਾ ਹੋਇਆ ਨਾ, ਫਿਰ ਸਮਝ ਲਿਓ ਉਹ ਰੱਬ ਨਾਲ ਨਹੀਂ ਜੇ ਜੁੜਿਆ। ਕਿਉਂਕਿ ਜਿਹੜਾ ਰੱਬ ਨਾਲ ਜੁੜਿਆ ਹੋਇਆ ਮਨੁੱਖ ਹੁੰਦਾ ਹੈ, ਉਹ ਤੇ ਕੰਚਨ ਮਾਟੀ ਮਨ ਹੈ, ਉਹ ਤੇ ਸੋਨੇ ਨੂੰ ਮਿੱਟੀ ਦੇ ਸਮਾਨ ਸਮਝਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਾਂ ਸ਼ਲੋਕ ਪੜ੍ਹਦੇ ਆ ਨਾ, ਉਸਤਤ ਨਿੰਦਿਆ ਨਾਹੇ ਜਿਹ ਕੰਚਨ ਲੋਹੋ ਸਮਾਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜਾ ਮਨੁੱਖ ਨਾ ਉਸਤਤ ਵਿੱਚ ਪੈਂਦਾ, ਨਾ ਨਿੰਦਿਆ ਕਿਸੇ ਦੀ ਕਰਦਾ, ਜਿਹੜਾ ਸੋਨੇ ਨੂੰ ਮਿੱਟੀ ਦੇ ਸਮਾਨ ਸਮਝਦਾ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣ। ਉਹੀ ਮਨੁੱਖ ਸੰਸਾਰ ਤੇ ਮੁਕਤ ਹੋ ਸਕਦਾ
ਜਿਹੜਾ ਸੋਨੇ ਨੂੰ ਮਿੱਟੀ ਦੇ ਸਮਾਨ ਸਮਝਦਾ। ਅਸੀਂ ਤੇ ਸੋਨੇ ਦੇ ਨਾਲ ਜੁੜ ਕੇ ਬਹਿ ਗਏ। ਸਤਿਗੁਰੂ ਪਾਤਸ਼ਾਹ ਕਹਿੰਦੇ ਰੱਬ ਨਾਲ ਜੁੜੇ ਹੋਏ ਮਨੁੱਖ ਦੀ ਇਹ ਵੀ ਨਿਸ਼ਾਨੀ ਹੁੰਦੀ ਹੈ ਕਿ ਉਹ ਸੋਨੇ ਨੂੰ ਮਿੱਟੀ ਦੇ ਸਮਾਨ ਸਮਝਦਾ ਹੈ। ਇਹ ਕੇਂਦਰੀ ਬੰਦ ਦੇ ਅੰਦਰ ਠਹਿਰਾਓ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚੀਆਂ ਨਿਸ਼ਾਨੀਆਂ ਦਸੀਆਂ ਨੇ ਰੱਬ ਨਾਲ ਜੁੜੇ ਹੋਏ ਮਨੁੱਖ ਦੀਆਂ। ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਿਮਾਨਾ। ਸਾਹਿਬ ਕਹਿੰਦੇ ਜਿਹੜਾ ਰੱਬ ਨਾਲ ਜੁੜਿਆ ਹੋਇਆ ਮਨੁੱਖ ਹੈ ਉਹਦੀ ਇੱਕ ਇਹ ਵੀ ਨਿਸ਼ਾਨੀ ਹੁੰਦੀ ਹੈ, ਨਾ ਤੇ ਉਹ ਕਿਸੇ ਦੀ ਨਿੰਦਿਆ ਕਰਦਾ ਹੈ। ਨਿੰਦਿਆ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਝੂਠੇ ਨੂੰ ਜਿਹੜਾ ਨਾ ਸੱਚੇ ਨੂੰ ਝੂਠਾ ਕਹਿ ਦੇਣਾ, ਇਹ ਨਿੰਦਿਆ ਹੈ। ਜੇ ਆਪਾਂ ਕਿਸੇ ਮਨੁੱਖ ਦੀ ਚੰਗਿਆਈ ਨੂੰ ਬੁਰਿਆਈ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹਾਂ ਤੇ ਇਹ ਨਿੰਦਿਆ ਹੈ ਕਿ ਹੈ ਤੇ ਚੰਗਾ ਸੀ ਪਰ ਆਪਾਂ ਬੁਰਿਆਈ ਕਰਕੇ ਉਹਨੂੰ ਬੁਰਿਆਈ ਦੇ ਰੂਪ ਦੇ ਵਿੱਚ ਪੇਸ਼ ਕੀਤਾ। ਪਰ ਕਿਸੇ ਦੀ ਬੁਰਿਆਈ ਨੂੰ ਬੁਰਿਆਈ ਕਹਿ ਦੇਣਾ ਇਹ ਨਿੰਦਿਆ ਨਹੀਂ ਆਪਾਂ ਮੰਨਾਂਗੇ। ਮੈਂ ਬੁਰਾ ਹਾਂ ਤੇ ਕੋਈ ਮੇਰੇ ਲਾਗੇ ਮੇਰੀ ਬੁਰਿਆਈ ਦਾ ਜ਼ਿਕਰ ਕਰ ਰਿਹਾ ਤੇ ਆਪਾਂ ਨੂੰ ਸਗੋਂ ਸੁਚੇਤ ਕਰ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਨਹੇੜੀ ਪਿੰਡ 'ਚ ਗਏ ਤੇ ਪਤਾ ਲੱਗਿਆ ਵੀ ਇੱਥੋਂ ਦਾ ਰਹਿਣ ਵਾਲਾ ਇੱਕ ਘੋਗਾ, ਉਹ ਬੜਾ ਵਿਕਾਰੀ ਹੈ, ਕਪਟ ਦਾ ਭਰਿਆ ਹੋਇਆ ਹੈ। ਤੇ ਗੁਰੂ ਸਾਹਿਬ ਜੀ ਨੂੰ ਸਿੱਖਾਂ ਨੇ ਆ ਕੇ ਦੱਸ ਦਿੱਤਾ, ਸਤਿਗੁਰੂ ਜੀ ਜਿਹਦੇ ਘਰ ਤੁਸੀਂ ਆਏ ਹੋ ਨਾ ਲੰਗਰ ਛਕਣ ਵਾਸਤੇ, ਇਹ ਬੜਾ ਕਪਟ ਦਾ ਭਰਿਆ ਮਨੁੱਖ ਹੈ, ਇਹ ਵਿਕਾਰੀ ਹੈ, ਇਹ ਭਿਵਚਾਰੀ ਹੈ। ਤੇ ਵੇਖੋ ਗੁਰੂ ਸਾਹਿਬ ਜੀ ਨੇ ਹੁਣ ਇਹ ਤੇ ਨਹੀਂ ਕਿਹਾ ਵੀ ਉਹਨੂੰ ਜਾਣ ਲੱਗਿਆ ਪਹਿਲਾਂ ਪ੍ਰਸ਼ਾਦਾ ਛਕ ਜਾਂਦੇ ਫਿਰ ਜਾਣ ਲੱਗਿਆ ਕਹਿ ਦਿੰਦੇ ਪਰ ਨਹੀਂ ਤੂੰ ਚੰਗੇ ਕੰਮ ਨਹੀਂ ਕਰਿਆ। ਗੁਰੂ ਸਾਹਿਬ ਜੀ ਨੇ ਮੂੰਹ ਤੇ ਹੀ ਕਹਿ ਦਿੱਤਾ, ਕਹਿੰਦੇ ਘੋਗਾ ਕਪਟ ਦਾ ਮੋਗਾ, ਕਹਿੰਦੇ ਆਪਾਂ ਤੇਰੇ ਘਰ ਦਾ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਣਾ, ਕਿਉਂਕਿ ਅਕਿਰਤ ਘਣ ਦੇ ਮਨੁੱਖ ਦੇ ਘਰ ਦਾ ਛਕਿਆ ਹੋਇਆ ਪ੍ਰਸ਼ਾਦਾ ਜਿਹੜਾ ਉਹ ਵੀ ਮਨੁੱਖ ਦੀ ਬੁੱਧੀ ਜਿਹੜੀ ਹੈ ਉਹ ਮਲੀਨ ਕਰ ਦਿੰਦਾ ਹੈ, ਮਨੁੱਖ ਦੀ ਬੁੱਧੀ ਨੂੰ ਵਿਕਾਰੀ ਬਣਾ ਦਿੰਦਾ ਹੈ। ਤੇ ਗੁਰੂ ਸਾਹਿਬ ਜੀ ਨੇ ਮੁੱਖ ਤੇ ਹੀ ਕਹਿ ਦਿੱਤਾ ਵੀ ਤੂੰ ਤੇ ਕਪਟ ਦਾ ਮੋਗਾ ਹੈ, ਤੇਰੇ ਘਰ ਦਾ ਅਸੀਂ ਲੰਗਰ ਪ੍ਰਸ਼ਾਦ ਵੀ ਨਹੀਂ ਛਕਣਾ। ਖੈਰ ਇੰਜ ਕਹਿ ਦਈਏ ਵੀ ਕੁਝ ਲੋਕ ਭਾਵੇਂ ਇਹ ਸੋਚਦੇ ਹੋਣ ਕਿ ਗੁਰੂ ਸਾਹਿਬ ਜੀ ਨੇ ਨਿੰਦਿਆ ਕੀਤੀ ਹੋਵੇਗੀ, ਪਰ ਨਿੰਦਿਆ ਨਹੀਂ, ਉਹਦੇ ਅੰਦਰ ਦਾ ਛਲ ਉਹਦੇ ਮੁਖ ਤੇ ਲੈ ਕੇ ਆਉਣਾ ਕੀਤਾ, ਲੋਕਾਂ ਦੇ ਵਿੱਚ ਉਹਦੇ ਅੰਦਰ ਦਾ ਭੇਦ ਉਜਾਗਰ ਕਰ ਦਿੱਤਾ ਵੀ ਇਹ ਕੇਵਲ ਸੰਸਾਰ ਦੇ ਲੋਕ ਹੀ ਨਹੀਂ ਪਹਿਚਾਣਦੇ, ਅਸੀਂ ਵੀ ਇਸ ਦੇ ਅੰਦਰ ਦੇ ਵਿਚਾਰ ਨੂੰ ਸਮਝ ਲਿਆ। ਇੰਜ ਕਹਿ ਦਈਏ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਰੱਬ ਨਾਲ ਜੁੜਿਆ ਹੁੰਦਾ ਉਹ ਇਹ ਨਹੀਂ ਕਹੇਗਾ ਫਲਾਣਾ ਬਾਬਾ ਬੜਾ ਮਾੜਾ ਤੇ ਫਲਾਣਾ ਮਨੁੱਖ ਬੜਾ ਮਾੜਾ ਹੈ। ਪਾਤਸ਼ਾਹ ਕਹਿੰਦੇ ਨਹੀਂ, ਅਸਲ ਵਿੱਚ ਉਹ ਇੱਕ ਦੂਜੇ ਦੀ ਬੁਰਿਆਈ ਨਹੀਂ ਕਰਦਾ, ਨਾ ਉਸਤਤ ਜਾਕ ਹੈ ਤੇ ਨਾ ਹੀ ਉਹਦੇ ਮਨ ਵਿੱਚ ਇਹ ਲਾਲਚ ਹੁੰਦਾ ਹੈ ਕਿ ਦੁਨੀਆ ਦੇ ਲੋਕ ਮੈਨੂੰ ਚੰਗਾ ਕਹਿਣ, ਨਾ ਉਹਦੇ ਮਨ ਵਿੱਚ ਇਹ ਵੀ ਲਾਲਚ ਹੁੰਦਾ ਹੈ ਕਿ ਫਲਾਣੀ ਥਾਂ ਤੇ ਮੇਰੀ ਅਨਾਉਂਸਮੈਂਟ ਹੋ ਜਾਵੇ, ਮੇਰਾ ਨਾਮ ਬੋਲਿਆ ਜਾਵੇ, ਲੋਕਾਂ ਵਿੱਚ ਮੇਰੀ ਜੈ ਜੈਕਾਰ ਹੋ ਜਾਵੇਗੀ। ਲੋਭ ਮੋਹ ਅਭਿਮਾਨਾ, ਤੇ ਪਾਤਸ਼ਾਹ ਕਹਿੰਦੇ ਨਾ ਉਹ ਕਿਸੇ ਕਿਸਮ ਦਾ ਲੋਭ ਕਰਦਾ, ਲਾਲਚ ਕਰਦਾ, ਨਾ ਉਹਦਾ ਕਿਸੇ ਪਦਾਰਥ ਦੇ ਨਾਲ ਮੋਹ ਹੋਵੇਗਾ, ਪਿਆਰ ਹੋਵੇਗਾ। ਹੁਣ ਸਾਧ ਸੰਗਤ ਇਹ ਨਹੀਂ ਕਿ ਉਹ ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ ਖਚਤ ਹੋਵੇਗਾ ਵੀ ਇਹ ਮੇਰੇ ਧੀ ਹੈ, ਇਹ ਮੇਰਾ ਪੁੱਤ ਹੈ, ਇਹ ਮੇਰੀ ਫਲਾਣੀ ਚੀਜ਼ ਹੈ, ਇਹ ਮੇਰੀ ਫਲਾਣੀ ਚੀਜ਼ ਹੈ। ਜਿਵੇਂ ਆਪਾਂ ਸੰਸਾਰਿਕ ਆਮ ਲੋਕ ਪਦਾਰਥਾਂ ਦੇ ਮੋਹ ਵਿੱਚ ਉਲਝ ਜਾਂਦੇ ਆ, ਪਦਾਰਥਾਂ ਦੇ ਪਿਆਰ ਵਿੱਚ ਗਲਤਾਨ ਹੋ ਜਾਂਦੇ ਆ, ਪਰ ਜਿਹੜਾ ਰੱਬ ਨਾਲ ਜੁੜਿਆ ਹੋਇਆ ਮਨੁੱਖ ਹੈ ਨਾ, ਤੁਸੀਂ ਉਹਦੀ ਇੱਕ ਨਿਸ਼ਾਨੀ ਇਹ ਵੀ ਤੱਕ ਸਕਦੇ ਹੋ ਕਿ ਨਾ ਤੇ ਉਹ ਕਿਸੇ ਕਿਸਮ ਦਾ ਲਾਲਚ ਕਰਦਾ ਤੇ ਨਾ ਉਹ ਕਿਸੇ ਪਦਾਰਥ ਨਾਲ ਮੋਹ ਕਰਦਾ, ਨਾ ਹੀ ਲੋਭ ਮੋਹ ਅਭਿਮਾਨਾ, ਤੇ ਨਾ ਹੀ ਉਹਦੇ ਮਨ ਵਿੱਚ ਕਿਸੇ ਕਿਸਮ ਦਾ ਕੋਈ ਅਭਿਮਾਨ ਹੁੰਦਾ। ਅਭਿਮਾਨ ਕਹਿੰਦੇ ਨੇ ਹੰਕਾਰ ਨੂੰ, ਉਹ ਹੰਕਾਰ ਤੋਂ ਵੀ ਨਿਵਰਤ ਹੁੰਦਾ, ਉਹਨੂੰ ਕਿਸੇ ਕਿਸਮ ਦਾ ਕੋਈ ਹੰਕਾਰ ਨਹੀਂ ਕਿ ਰੱਬ ਨੇ ਫਲਾਣੀ ਵਸਤੂ ਮੈਨੂੰ ਦਿੱਤੀ ਹੈ ਜਾਂ ਇਹਨੇ ਲੋਕ ਮੇਰੇ ਕੋਲ ਚੱਲ ਕੇ ਆ ਰਹੇ ਨੇ। ਇੰਜ ਕਹਿ ਦਈਏ ਉਹ ਕਿਸੇ ਕਿਸਮ ਦਾ ਵੀ ਨਾ ਕਾਰਾਂ ਦਾ, ਨਾ ਕੋਠੀਆਂ ਦਾ, ਨਾ ਉਹ ਵਸਤੂਆਂ ਦਾ, ਨਾ ਉਹ ਧਨ ਦੌਲਤ ਦਾ, ਕਿਸੇ ਕਿਸਮ ਦਾ ਵੀ ਉਹ ਆਪਣੇ ਮਨ ਵਿੱਚ ਮਾਨ ਨਹੀਂ ਕਰਦਾ, ਹੰਕਾਰ ਨਹੀਂ ਕਰਦਾ। ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਪਾਤਸ਼ਾਹ ਕਹਿੰਦੇ ਐਸਾ ਮਨੁੱਖ, ਧਰਮੀ ਮਨੁੱਖ, ਰੱਬ ਨਾਲ ਜੁੜਿਆ ਹੋਇਆ ਮਨੁੱਖ, ਉਹਦੀ ਇੱਕ ਨਿਸ਼ਾਨੀ ਇਹ ਵੀ ਹੈ ਉਹ ਹਰਖ ਸੋਗ ਤੇ ਰਹਿ ਦਿਆਰੋ,
ਉਹ ਖੁਸ਼ੀ ਗਮੀ ਤੋਂ ਰਹਿਤ ਹੁੰਦਾ ਹੈ। ਇਹ ਜੀ ਕਿ ਚੀਜ਼ਾਂ ਆ ਗਈਆਂ ਤੇ ਬੜੀ ਖੁਸ਼ੀ ਚੜ ਗਈ, ਚੀਜ਼ਾਂ ਚਲਾ ਗਈਆਂ ਤੇ ਬੜਾ ਵੱਡਾ ਦੁੱਖ ਚੰਬੜ ਗਿਆ। ਹਰਖ ਸੋਗ ਤੇ ਰਹਿ ਨਿਆਰੋ, ਪਾਸੇ ਕਹਿੰਦੇ ਉਹ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਆਰਾਪਨ ਰੱਖਦਾ ਹੈ। ਹਰਖ ਸੋਗ ਤੇ ਰਹਿ ਨਿਆਰੋ, ਉਹ ਵੱਖਰਾ ਰੱਖਦਾ ਆਪਣੇ ਆਪੇ ਨੂੰ ਇਹਨਾਂ ਚੀਜ਼ਾਂ ਤੋਂ। ਖੁਸ਼ੀ ਗਮੀ ਦੀ ਵਿਚਾਰਧਾਰਾ ਤੋਂ ਨਿਰਲੇਪ ਹੋ ਜਾਂਦਾ ਹੈ ਵੀ ਜ਼ਿਆਦਾ ਆ ਜਾਵੇ ਤੇ ਜ਼ਿਆਦਾ ਖੁਸ਼ ਹੋ ਜਾਂਦਾ। ਜਿਵੇਂ ਆਪਾਂ ਸੰਸਾਰਿਕ ਜੀਵ ਆ, ਅਸੀਂ ਖੁਸ਼ੀ ਗਮੀ ਦੇ ਨਾਲ ਬੜਾ ਜੁੜੇ ਹੋਏ ਹਾਂ। ਵਸਤੂਆਂ ਆ ਜਾਣ ਤੇ ਖੁਸ਼, ਚਿਹਰੇ ਤੇ ਰੌਣਕਾਂ, ਧਨ ਆ ਜਾਵੇ ਤੇ ਚਿਹਰੇ ਤੇ ਰੌਣਕਾਂ, ਧਨ ਚਲਾ ਜਾਵੇ ਤੇ ਚਿਹਰੇ ਤੇ ਨਿਰਾਸ਼ਤਾ। ਪਰ ਜਿਹੜਾ ਰੱਬ ਨਾਲ ਜੁੜਿਆ ਹੋਇਆ ਮਨੁੱਖ ਹੈ ਉਹ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੁੰਦਾ ਹੈ। ਉਹਨੂੰ ਕੁਝ ਆਵੇ ਤਾਂ ਵੀ ਖੁਸ਼, ਨਾ ਆਵੇ ਤਾਂ ਵੀ ਖੁਸ਼। ਉਹ ਇੱਕ ਅਵਸਥਾ ਦੇ ਵਿੱਚ ਰਹਿੰਦਾ ਹੈ। ਨਾ ਹੀ ਮਾਨ ਅਪਮਾਨਾ ਤੇ ਨਾ ਉਹਨੂੰ ਇਸ ਗੱਲ ਦਾ ਲਾਲਚ ਹੁੰਦਾ ਹੈ ਕਿ ਥਾਂ ਥਾਂ ਦੇ ਉੱਤੇ ਮੇਰਾ ਮਾਣ ਹੋਵੇ, ਮੇਰਾ ਸੰਸਾਰ ਦੇ ਉੱਤੇ ਸਤਿਕਾਰ ਵਧੇ, ਤੇ ਨਾ ਹੀ ਉਹਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਲੋਕ ਮੇਰਾ ਅਪਮਾਨ ਨਾ ਕਰ ਦੇਣ, ਮੇਰੀ ਨਰਾਦਰੀ ਨਾ ਕਰ ਦੇਣ, ਲੋਕ ਮੇਰੇ ਅਵਗਣ ਲੋਕਾਂ ਸਾਹਮਣੇ ਨਾ ਰੱਖ ਦੇਣ। ਹੁਣ ਵੇਖੋ ਕਬੀਰ ਸਾਹਿਬ ਸੱਚੇ ਸੁੱਚੇ ਨੇ, ਪਤਾ ਹੈ ਕਿ ਜੀਵਨ ਪਵਿੱਤਰ ਹੈ, ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ, ਠੱਗੀ ਨਹੀਂ ਕੀਤੀ, ਫਰੇਬ ਨਹੀਂ ਕੀਤਾ। ਤੇ ਜੇ ਕਥਾ ਦੇ ਵਿੱਚ ਕਿਸੇ ਨੇ ਨਰਾਦਰੀ ਵੀ ਕਰ ਦਿੱਤੀ ਤੇ ਉਹਨਾਂ ਨੇ ਆਪ ਹੀ ਕਹਤਾ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੇ, ਨਿੰਦਾ ਬਾਪ ਨਿੰਦਾ ਮਹਿਤਾਰੀ। ਉਹ ਕਹਿੰਦੇ ਨਿੰਦੋ, ਬੇਸ਼ੱਕ ਮੇਰਾ ਜਿੰਨਾ ਮਰਜ਼ੀ ਅਪਮਾਨ ਕਰਨ ਦੀ ਯਤਨ ਕਰੋ। ਹੁਣ ਕਈਆਂ ਨੇ ਭਗਤ ਨਾਮਦੇਵ ਜੀ ਦਾ ਨਿਰਾਦਰ ਕਰਨ ਦੇ, ਅਪਮਾਨ ਕਰਨ ਦੇ ਯਤਨ ਕੀਤੇ, ਪਰ ਉਹਨਾਂ ਦਾ ਅਪਮਾਨ ਹੋਣ ਦੀ ਥਾਂ ਇਹ ਅਪਮਾਨ ਹੀ ਸੀ ਨਾ ਕਿ ਉਹਨਾਂ ਦੀ ਝੁੱਗੀ ਸਾੜ ਦਿਓ। ਪਰ ਮਾਣ ਹੋਰ ਵੱਧ ਗਿਆ ਜਦੋਂ ਰਾਤੋਂ ਰਾਤ ਹੀ ਸੰਗਤਾਂ ਨੇ ਬਹੁਤ ਵਧੀਆ ਮਹਿਲ ਉਸਾਰ ਦਿੱਤਾ। ਪਰਮੇਸ਼ਰ ਦੀ ਕਿਰਪਾ ਦੇ ਸਦਕਾ ਉਹਨਾਂ ਗੁਰਮੁਖਾਂ ਨੇ, ਉਹਨਾਂ ਰੱਬ ਦੇ ਪਿਆਰਿਆਂ ਨੇ ਟੁੱਟੀ ਝੁੱਗੀ ਸਾੜੀ ਤੇ ਰਾਤੋਂ ਰਾਤ ਚੰਗਾ ਮਹਿਲ ਉਸਾਰ ਦਿੱਤਾ। ਇਹਨੂੰ ਕਿਹਾ ਜਾਂਦਾ ਸੰਗਤ ਦਾ ਪਿਆਰ, ਸੱਚ ਬੋਲਣ ਵਾਲਿਆਂ ਦਾ ਸਤਿਕਾਰ। ਹੁਣ ਸਤਿਗੁਰੂ ਪਾਤਸ਼ਾਹ ਕਹਿਣਗੇ ਜਿਹੜਾ ਰੱਬ ਨਾਲ ਜੁੜਿਆ ਨਾ ਤੇ ਉਹਨੂੰ ਇਸ ਗੱਲ ਦਾ ਲਾਲਚ ਹੁੰਦਾ ਕਿ ਮੇਰਾ ਦੁਨੀਆ ਦੇ ਉੱਤੇ ਮਾਣ ਹੋਵੇਗਾ, ਸਤਿਕਾਰ ਹੋਵੇਗਾ, ਨਾ ਉਹਨੂੰ ਇਸ ਗੱਲ ਦਾ ਡਰ ਹੁੰਦਾ ਕਿ ਮੇਰਾ ਸੰਸਾਰ ਦੇ ਵਿੱਚ ਕਿਧਰੇ ਅਪਮਾਨ ਨਾ ਹੋ ਜਾਵੇ, ਲੋਕ ਮੇਰੀ ਬੇਇੱਜ਼ਤੀ ਨਾ ਕਰ ਦੇਣ। ਇਸ ਗੱਲ ਤੋਂ ਵੀ ਉਹ ਮਨੁੱਖ ਜਿਹੜਾ ਉਹ ਉੱਪਰ ਉੱਠ ਕੇ ਰਹਿੰਦਾ ਹੈ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਰੱਬ ਨਾਲ ਜੁੜੇ ਹੋਏ ਮਨੁੱਖ ਦੀ ਇੱਕ ਇਹ ਵੀ ਨਿਸ਼ਾਨੀ ਹੈ, ਆਸਾ ਮਨਸਾ ਸਗਲ ਤਿਆਗੈ। ਉਹ ਵੱਡੀਆਂ ਵੱਡੀਆਂ ਆਸਾਂ ਲਾ ਕੇ ਨਹੀਂ ਬਹਿੰਦਾ, ਕਿਉਂਕਿ ਆਸਾ ਜਿਹੜੀ ਹੈ ਨਾ, ਜਿਹੜਾ ਮਨੁੱਖ ਵੱਡੀਆਂ ਆਸਾਂ ਲਾ ਕੇ ਬਹਿੰਦਾ ਹੈ, ਹੁਣ ਜਿਵੇਂ ਆਪਾਂ ਨੂੰ ਕਿਧਰੇ ਦੁੱਖ ਪਤਾ ਇਸ ਗੱਲ ਦਾ ਵੀ ਹੁੰਦਾ ਹੈ। ਜੇ ਆਪਾਂ ਸੋਚ ਲੈਣ ਕਿ ਅੱਜ ਸਾਨੂੰ ਆਪਾਂ ਸਵੇਰੇ 1000 ਰੁਪਇਆ ਕਮਾਉਣਾ, ਤੇ ਜੇ 1000 ਨਾ ਕਮਾ ਸਕੇ ਕਿਉਂਕਿ ਆਸ ਲਾਈ ਸੀ ਵੱਡੀ, ਪਰ ਕਮਾ ਸਕੇ ਆਪਾਂ 500 400 300 ਦਿਹਾੜੀ ਪ੍ਰਾਪਤ ਹੋਈ ਸਾਨੂੰ, ਤੇ ਸਾਡੇ ਮਨ ਨੂੰ ਇੱਕ ਬੜੀ ਵੱਡੀ ਠੇਸ ਵੱਜ ਗਈ ਵੀ ਆਪਾਂ ਤੇ ਸੋਚਿਆ ਸੀ 1000, ਤੇ ਜੇ ਬੰਦਾ ਪਹਿਲਾਂ ਹੀ ਸੋਚੇ ਨਾ ਵੀ ਅੱਜ ਮੈਨੂੰ ਤੇ ਮਸਾਂ 200-300 ਹੀ ਬਣਨਾ, ਤੇ ਰੱਬ ਦੀ ਕਿਰਪਾ ਹੋ ਜਾਵੇ 500-700 ਦੀ, ਫਿਰ ਸ਼ੁਕਰਾਨਾ ਕਰੇਗਾ। ਤੇ ਜੇ ਪਹਿਲਾਂ ਹੀ ਆਸ ਵੱਡੀ ਲਾਈ ਹੋਵੇਗੀ, ਮਿਲੇਗਾ ਧਨ ਘੱਟ, ਤੇ ਫਿਰ ਮਨ ਵਿੱਚ ਦੁੱਖ ਹੁੰਦਾ ਹੈ। ਇਹ ਅਸੀਂ ਸੰਸਾਰਿਕ ਜੀਵ ਏਦਾਂ ਸੋਚਦੇ ਆ, ਪਰ ਜਿਹੜਾ ਰੱਬ ਦਾ ਪਿਆਰਾ ਹੈ ਉਹ ਏਦਾਂ ਵੀ ਨਹੀਂ ਸੋਚਦਾ। ਉਹ ਕਹਿੰਦਾ ਜੋ ਆਏਗਾ ਠੀਕ ਹੈ, ਜਿੱਥੇ ਰੱਬ ਰੱਖਦਾ ਠੀਕ ਰੱਖਦਾ ਹੈ। ਪਰਮਾਤਮਾ ਜਿੱਥੇ ਅਵਸਥਾ 'ਚ ਰੱਖੇਗਾ, ਜੋ ਦੇਵੇਗਾ ਮੈਂ ਉਸੇ ਵਿੱਚ ਹੀ ਖੁਸ਼ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਉਹ ਸੰਸਾਰ ਦੇ ਉੱਤੇ ਨਿਰਾਸ਼ ਹੋ ਕੇ ਵਿਚਰਦਾ, ਇੰਜ ਕਹਿ ਦਈਏ ਉਹ ਸੰਸਾਰ ਤੋਂ ਉਪਰਾਮ ਹੋ ਕੇ ਵਿਚਰਦਾ ਹੈ। ਉਹ ਸਾਡੇ ਆਮ ਸੰਸਾਰੀਆਂ ਵਾਂਗ ਆਪਣਾ ਜੀਵਨ ਬਤੀਤ ਨਹੀਂ ਕਰਦਾ। ਤਾਂ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਕਿਉਂਕਿ ਭਗਤ ਸੰਸਾਰ ਤੋਂ ਨਿਰਾਸ਼ ਹੋ ਕੇ ਰਹਿੰਦੇ ਨੇ, ਤੇ ਆਮ ਮਨੁੱਖ ਜਿਹੜਾ ਉਹ ਸੰਸਾਰ ਦੇ ਵਿੱਚ ਅਲਿਪਤ ਹੋ ਕੇ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਜਿਹੜਾ ਮਨੁੱਖ ਰੱਬ ਨਾਲ ਜੁੜਿਆ ਹੁੰਦਾ ਹੈ, ਉਹਦੀ ਇਹ ਵੀ ਨਿਸ਼ਾਨੀ ਹੁੰਦੀ ਹੈ, ਉਹ ਜਗ ਤੇ ਰਹਿ ਨਿਰਾਸਾ। ਉਹ ਸੰਸਾਰ ਤੋਂ ਉਪਰਾਮ ਹੋ ਕੇ ਰਹਿੰਦਾ ਹੈ। ਉਹ ਸੰਸਾਰ ਰੂਪੀ ਚਿੱਕੜ ਦੇ ਵਿੱਚ ਆਪਣੇ ਆਪੇ ਨੂੰ ਗਲਤਾਨ ਨਹੀਂ ਕਰਦਾ। ਕਾਮ ਕ੍ਰੋਧ ਜੇ ਹੈ ਪਰਸੈ ਨਾਹਨ,
ਤੇਹ ਘਟ ਬ੍ਰਹਮ ਨਿਵਾਸਾ। ਹੁਣ ਸਾਧ ਸੰਗਤ, ਕਾਮ ਕ੍ਰੋਧ ਜੇ ਪਰਸੈ ਨਾਹਨ, ਜਿਹੜਾ ਰੱਬ ਨਾਲ ਜੁੜਿਆ ਹੋਇਆ ਮਨੁੱਖ ਹੈ, ਇੱਕ ਉਹਦੀ ਇਹ ਵੀ ਨਿਸ਼ਾਨੀ ਹੁੰਦੀ ਹੈ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਵਰਗੇ ਵਿਕਾਰਾਂ ਨੂੰ ਆਪਣੇ ਸਿਰ ਦੇ ਉੱਤੇ ਨਹੀਂ ਚੜ੍ਹਨ ਦਿੰਦਾ। ਪਰਸੈ ਨਾਹਿਨ, ਉਹ ਇਹਨਾਂ ਵਿਕਾਰਾਂ ਨੂੰ ਆਪਣੇ ਨੇੜੇ ਨਹੀਂ ਛੂਹਣ ਦਿੰਦਾ। ਉਹ ਇਹਨਾਂ ਵਿਕਾਰਾਂ ਤੋਂ ਨਿਰਲੇਪ ਹੋ ਕੇ ਆਪਣਾ ਜੀਵਨ ਜਿਹੜਾ ਉਸ ਸੰਸਾਰ ਦੇ ਉੱਤੇ ਬਤੀਤ ਕਰਦਾ ਹੈ। ਤੇ ਜਿਹੜਾ ਮਨੁੱਖ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਐਸੀਆਂ ਅਰਦਾਸਾਂ ਰੱਬ ਦੇ ਚਰਨਾਂ ਵਿੱਚ ਨਿਤਾ ਪ੍ਰਤੀ ਕਰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਜਿਸ ਮਨੁੱਖ ਦੇ ਅੰਦਰ ਆਹ ਵਾਲੀਆਂ ਨਿਸ਼ਾਨੀਆਂ ਮਿਲਦੀਆਂ ਨੇ ਨਾ, ਉਹ ਮਨੁੱਖ ਕੀ ਹੈ, ਤੇਹ ਘਟ ਬ੍ਰਹਮ ਨਿਵਾਸਾ। ਸਮਝ ਲਓ ਉਹਦੇ ਅੰਦਰ ਰੱਬ ਦਾ ਵਾਸਾ ਹੋ ਗਿਆ। ਉਹ ਪ੍ਰਤੱਖ ਤੌਰ ਦੇ ਉੱਤੇ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ। ਉਹ ਪ੍ਰਤੱਖ ਤੌਰ ਦੇ ਉੱਤੇ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਗਿਆ। ਗੁਰ ਕਿਰਪਾ ਜੇ ਨਰ ਕਉ ਕੀਨੀ, ਤੇਹ ਇਹ ਜੁਗਤ ਪਛਾਨੀ। ਸਾਧ ਸੰਗਤ, ਇਹ ਵੀ ਇੱਕ ਜੁਗਤੀ ਹੈ ਐਸੇ ਗੁਣਾਂ ਨੂੰ ਪਹਿਚਾਨਣ ਵਾਲੀ। ਨਹੀਂ ਤੇ ਅਸੀਂ ਸੰਸਾਰਿਕ ਲੋਕ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਰੱਬ ਨਾਲ ਜੁੜੇ ਹੋਏ ਮਨੁੱਖ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ। ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਸੁਚੇਤ ਨਾ ਕਰਨ, ਅਸੀਂ ਤੇ ਸਾਰੀ ਜ਼ਿੰਦਗੀ ਪਤਾ ਨਹੀਂ ਕਿਵੇਂ ਥਾਂ ਥਾਂ ਦੇ ਉੱਤੇ ਠੋਕਰਾਂ ਖਾਂਦਿਆਂ ਗੁਜ਼ਾਰ ਦੇਣੀ ਸੀ। ਸ਼ੁਕਰ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਾਡੇ ਸਤਿਗੁਰੂ ਨੇ ਸਾਨੂੰ ਇਹ ਜੁਗਤੀ ਦੱਸ ਦਿੱਤੀ, ਇਹ ਤਰੀਕਾ ਦੱਸ ਦਿੱਤਾ। ਜੁਗਤੀ ਦਾ ਮਤਲਬ ਹੁੰਦਾ ਹੈ ਤਰੀਕਾ, ਵਿਧੀ, ਵਿਧਾਨ। ਮੇਰੇ ਪਾਤਸ਼ਾਹ ਨੇ ਸਾਨੂੰ ਤਰੀਕਾ ਦੱਸ ਦਿੱਤਾ। ਜੇ ਗੁਰੂ ਗ੍ਰੰਥ ਸਾਹਿਬ ਨੇ ਇਹ ਨਿਸ਼ਾਨੀਆਂ ਨਾ ਦੱਸੀਆਂ ਹੁੰਦੀਆਂ ਰੱਬ ਨਾਲ ਜੁੜੇ ਹੋਏ ਮਨੁੱਖ ਦੀਆਂ, ਅਸੀਂ ਵਾਕਈ ਭੁਲੇਖਾ ਖਾ ਜਾਣਾ ਸੀ। ਅਸੀਂ ਵਾਕਈ ਭੁਲੇਖਾ ਖਾ ਜਾਣਾ ਸੀ। ਪਤਾ ਨਹੀਂ ਕਿੱਥੇ ਕਿੱਥੇ ਆਪਾਂ ਮਨੁੱਖ ਨੂੰ ਰੱਬ ਬਣਾ ਕੇ ਉਹਦੀ ਪੂਜਾ ਕਰਦੇ ਰਹਿਣਾ ਸੀ। ਸ਼ੁਕਰ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸ਼ੁਕਰਾਨਾ ਕਰੀਏ ਮੇਰੇ ਦਾਤੇ ਦਾ, ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕਰ ਦਿੱਤੀ, ਸਾਨੂੰ ਇਹ ਜੁਗਤੀ ਦੱਸ ਦਿੱਤੀ ਕਿ ਰੱਬ ਦੇ ਵਿੱਚ ਲਿਵਲੀਨ ਹੋਏ ਮਨੁੱਖ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ, ਕਿਹੜੇ ਗੁਣ ਹੁੰਦੇ ਨੇ ਰੱਬ ਦੇ ਵਿੱਚ ਜੁੜੇ ਹੋਏ ਮਨੁੱਖ ਦੇ। ਨਹੀਂ ਤੇ ਅਸੀਂ ਸਾਰੀ ਜ਼ਿੰਦਗੀ ਪਹਿਰਾਵੇ ਨੂੰ ਰੱਬ ਸਮਝਦੇ ਰਹਿਣਾ ਸੀ। ਕਿਸੇ ਨੇ ਕੱਪੜਿਆਂ ਵਿੱਚ ਗਵਾਚ ਜਾਣਾ ਸੀ, ਕਿਸੇ ਨੇ ਡੇਰਿਆਂ 'ਚ ਗਵਾਚ ਜਾਣਾ ਸੀ। ਆਮ ਮਨੁੱਖ ਦੀ ਪਹਿਚਾਣ ਕਰਨੀ ਜਿਹੜਾ ਰੱਬ ਨਾਲ ਜੁੜਿਆ, ਉਹ ਪਹਿਚਾਨਣਾ ਸਾਡੇ ਵਾਸਤੇ ਔਖਾ ਹੋ ਜਾਣਾ ਸੀ। ਸਾਧ ਸੰਗਤ, ਜਿਹੜਾ ਰੱਬ ਨਾਲ ਜੁੜਿਆ ਹੋਇਆ ਮਨੁੱਖ ਹੈ ਨਾ, ਸੱਚ ਜਾਣਿਓ, ਅਸੀਂ ਕੇਵਲ ਤੇ ਕੇਵਲ ਬਾਹਰ ਦੇ ਪਹਿਰਾਵਿਆਂ ਦੇ ਵਿੱਚੋਂ ਮਨੁੱਖ ਨੂੰ ਉਹਨੂੰ ਪਹਿਚਾਣਦੇ ਰਹੇ, ਪਰ ਅੰਦਰ ਦੀ ਵਿਚਾਰਧਾਰਾ ਨੂੰ ਸਤਿਗੁਰੂ ਪਾਤਸ਼ਾਹ ਕਹਿਣਗੇ ਮਨੁੱਖ ਨੂੰ ਬਾਹਰੋਂ ਨਹੀਂ ਅੰਦਰੋਂ ਵੇਖਣਾ ਚਾਹੀਦਾ ਹੈ। ਬਾਹਰ ਦੇ ਉੱਤੇ ਤੇ ਕੋਈ ਵੀ ਆਪਣੇ ਆਪੇ ਨੂੰ ਸ਼ਿੰਗਾਰ ਲਵੇਗਾ, ਪਰ ਰੱਬ ਨਾਲ ਜੁੜਿਆ ਹੋਇਆ ਮਨੁੱਖ ਜਿਹੜਾ ਉਹ ਆਪਣੇ ਅੰਦਰ ਨੂੰ ਸ਼ਿੰਗਾਰਦਾ ਹੈ। ਅੰਦਰ ਦੇ ਸ਼ਿੰਗਾਰ ਵਾਲੇ ਮਨੁੱਖ ਨੂੰ ਪਹਿਚਾਨਣ ਵਾਸਤੇ ਸਾਨੂੰ ਇਹ ਜੁਗਤੀਆਂ ਦਸੀਆਂ ਨੇ ਤੇ ਅੰਦਰ ਦਾ ਸ਼ਿੰਗਾਰ ਵਾਲਾ ਮਨੁੱਖ ਵੀ ਇਹ ਗੁਣ ਧਾਰਨ ਕਰੇਗਾ ਤਾਂ ਸਮਝਿਆ ਜਾਵੇਗਾ ਇਹ ਰੱਬ ਦੇ ਵਿੱਚ ਲਿਵਲੀਨ ਹੋਇਆ ਮਨੁੱਖ ਹੈ। ਹੁਣ ਤੇ ਸਾਡੇ ਮਨ ਵਿੱਚ ਕੋਈ ਭੁਲੇਖਾ ਨਹੀਂ ਰਹਿ ਜਾਣਾ ਚਾਹੀਦਾ। ਫਿਰ ਵੀ ਅਸੀਂ ਇਹ ਜੁਗਤੀਆਂ ਸਮਝਣ ਦੇ ਬਾਵਜੂਦ ਵੀ ਜੇ ਅਸੀਂ ਥਾਂ ਥਾਂ ਦੇ ਉੱਤੇ ਠੋਕਰਾਂ ਖਾਵਾਂਗੇ ਨਾ, ਜੇ ਥਾਂ ਥਾਂ ਦੇ ਉੱਤੇ ਠੇਡੇ ਖਾਵਾਂਗੇ, ਫਿਰ ਇਹਦੇ ਵਿੱਚ ਗੁਰੂ ਦਾ ਕਸੂਰ ਨਹੀਂ, ਸਾਡਾ ਕਸੂਰ ਹੈ। ਅਸੀਂ ਪ੍ਰਤੱਖ ਹੁੰਦੇ ਆ, ਗੁਰਬਾਣੀ ਦੀ ਵਿਚਾਰ ਸੁਣਦੇ ਆ, ਗੁਰੂ ਦੇ ਨਿਸ਼ਾਨੀਆਂ ਦੱਸਦੇ ਆ, ਅਸੀਂ ਫਿਰ ਵੀ ਠੇਡੇ ਖਾ ਰਹੇ ਆ। ਇਹਦੇ ਵਿੱਚ ਸਾਧ ਸੰਗਤ ਫਿਰ ਗੁਰੂ ਦਾ ਕਸੂਰ ਨਹੀਂ। ਸਤਿਗੁਰੂ ਨੇ ਤੇ ਸਾਨੂੰ ਪ੍ਰਤੱਖ ਬੋਲ ਕੇ ਸਮਝਾ ਦਿੱਤਾ, ਨਿਸ਼ਾਨੀਆਂ ਵੀ ਦੱਸ ਦਿੱਤੀਆਂ, ਗੁਣ ਵੀ ਦੱਸ ਦਿੱਤੇ, ਅੰਦਰ ਦੇ ਸ਼ਿੰਗਾਰ ਵੀ ਦੱਸ ਦਿੱਤੇ, ਤੇ ਅਸੀਂ ਫਿਰ ਵੀ ਠੇਡੇ ਖਾਵਾਂਗੇ ਤੇ ਫਿਰ ਸਾਡਾ ਹੀ ਕਸੂਰ ਹੈ ਨਾ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਕਹਿਣਗੇ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਵੇ ਉਹਨਾਂ ਮਨੁੱਖਾਂ ਨੂੰ ਇਹ ਜੁਗਤੀਆਂ ਦੀ, ਇਹਨਾਂ ਗੁਣਾਂ ਦੀ ਪਹਿਚਾਣ ਹੋ ਜਾਂਦੀ ਹੈ। ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਸਤਿਗੁਰੂ ਨੇ ਅਖੀਰ ਤੇ ਮੋਹਰ ਲਾ ਦਿੱਤੀ। ਸਾਹਿਬ ਕਹਿੰਦੇ ਜਿਸ ਮਨੁੱਖ ਦੇ ਅੰਦਰ ਇਹ ਗੁਣ ਆ ਜਾਂਦੇ ਨੇ,
ਉਹ ਮਨੁੱਖ ਰੱਬ ਦੇ ਵਿੱਚ ਇੰਜ ਲਿਵਲੀਨ ਹੋ ਜਾਂਦਾ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ ਨਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਏਦਾਂ ਉਹ ਪ੍ਰਮਾਤਮਾ ਦੇ ਵਿੱਚ ਖਾਲਸਾ ਲਿਵਲੀਨ ਹੋ ਜਾਂਦਾ ਹੈ। ਉਹ ਮਨੁੱਖ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲਿਆ ਹੋਵੇ ਤੇ ਉਹਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ ਕਿ ਕਿਹੜੇ ਗਲਾਸ ਚੋਂ ਕਿਹੜਾ ਪਾਣੀ ਪਾਇਆ ਸੀ ਤੇ ਕਿਹੜੇ ਗਲਾਸ ਚੋਂ ਕਿਹੜਾ ਪਾਣੀ ਪਾਇਆ ਸੀ। ਏਦਾਂ ਇੰਜ ਕਹਿ ਦਈਏ ਉਹ ਮਨੁੱਖ ਪਰਮਾਤਮਾ ਦੇ ਵਿੱਚ ਲਿਵਲੀਨ ਹੋ ਜਾਂਦਾ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਏ। ਏਦਾਂ ਹਰੀ ਦਾ ਜਨ ਇਹ ਗੁਣ ਧਾਰਨ ਕਰਨ ਵਾਲਾ ਪਰਮੇਸ਼ਰ ਦੇ ਵਿੱਚ ਲਿਵਲੀਨ ਹੋ ਜਾਂਦਾ।